ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਾਨੂੰ ਨਿਤਾ ਪ੍ਰਤੀ ਸਾਹਿਬ ਜੀ ਦੀਆਂ ਵਡਿਆਈਆਂ ਸਿਫਤਾਂ ਕਰਨ ਦਾ ਸਮਾਂ ਮਿਲਦਾ ਹੈ। ਵਾਹਿਗੁਰੂ ਜੀ ਦੇ ਗੁਣ ਵੀ ਸਤਿਗੁਰੂ ਜੀ ਦੀ ਕਿਰਪਾ ਨਾਲ ਹੀ ਗਾਏ ਜਾਂਦੇ ਹਨ। ਇਸ ਵਾਸਤੇ ਰੋਜ਼ ਸਾਹਿਬ ਜੀ ਦੇ ਪਾਵਨ ਚਰਨਾਂ 'ਚ ਬੇਨਤੀ ਤੋੜਦਰੀ ਕਰਦੇ ਰਹਿਣਾ ਚਾਹੀਦਾ ਹੈ। ਹੇ ਸਤਿਗੁਰੂ ਜੀ, ਕਿਰਪਾ ਨਿਧਾਨ ਵਾਹਿਗੁਰੂ, ਆਪ ਇਹ ਗੁਨਾਹ ਦੀ ਦਾਤ ਸਾਡੀ ਝੋਲੀ ਵਿੱਚ ਪਾਉਂਦੇ ਰਹੋ। ਗੁਰੂ ਜੀ ਦੀ ਅਪਾਰ ਬਖਸ਼ਿਸ਼ ਨਾਲ ਅਸੀਂ ਲੰਬੇ ਸਮੇਂ ਤੋਂ ਇਹ ਗੁਰਮਤਿ ਕਲਾਸ ਚਲਾ ਰਹੇ ਹਾਂ, ਜਿਸ ਵਿੱਚ ਅਸੀਂ ਲੰਬੇਰੀਆਂ ਬਾਣੀਆਂ, ਸਿੱਧ ਗੋਸ਼ਟ, ਰਾਮਕਲੀ ਰਾਗ ਵਿੱਚ ਓੰਕਾਰ, ਹੋਰ ਜਿਹਨਾਂ ਸ਼ਬਦਾਂ ਦੇ ਔਖੇ ਸ਼ਬਦ ਸਨ ਉਹਦੀ ਸਲਾਈਡ ਪ੍ਰੈਜੈਂਟੇਸ਼ਨ, ਫਿਲਾਸਫੀ ਦੇ ਉੱਤੇ ਮਨੁੱਖੀ ਸਰੀਰ, ਮਨ, ਆਤਮਾ, ਇਹਨਾਂ ਦੇ ਉੱਤੇ ਵਿਚਾਰਾਂ, ਹੁਕਮ ਕੀ ਹੈ, ਇਸ ਸਬਜੈਕਟ ਦੇ ਵਿਚਾਰ, ਹੋਰ ਅਨੇਕਾਂ ਹੀ ਸਬਜੈਕਟ, ਗੁਰਬਾਣੀ ਵਿਆਕਰਨ ਦੇ ਹਰ ਹਫ਼ਤੇ ਦੀ ਕਲਾਸ, ਗੁਰ ਇਤਿਹਾਸ, ਇਹ ਸਾਰੇ ਆਪ ਜੀ ਦੇ ਨਾਲ ਸਾਂਝੇ ਕੀਤੇ ਜਾ ਚੁੱਕੇ ਹਨ। ਆਪ ਜੀ ਦੇ ਮਿਲੇ ਹੋਏ ਸੁਝਾਵਾਂ ਮੁਤਾਬਕ ਜਪ ਬਾਣੀ ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਚਨਾ ਹੈ, ਉਹਦੀ ਵਿਚਾਰ ਅਸੀਂ ਆਰੰਭ ਕਰਨੀ ਹੈ। ਕੱਲ ਅਸੀਂ ਕੁਝ ਵਿਚਾਰਾਂ ਜਪ ਬਾਣੀ ਦੀ ਮੰਤਰ ਬਾਰੇ, ਜਪ ਬਾਣੀ ਕਦੋਂ ਲਿਖੀ ਗਈ, ਕਦੋਂ ਉਚਾਰਨ ਕੀਤੀ ਗਈ, ਜਪ ਬਾਣੀ ਦੇ ਵਿੱਚ ਹੁਕਮ ਦਾ ਕੀ ਸਿਧਾਂਤ ਹੈ, ਇਹ ਕੁਝ ਵਿਚਾਰ ਕੱਲ ਸਾਂਝੇ ਕੀਤੇ ਸਨ। ਅੱਜ ਅਸੀਂ ਮੂਲ ਮੰਤਰ ਤੋਂ ਵਿਚਾਰ ਆਰੰਭ ਕਰਦੇ ਹਾਂ। ਜਿਵੇਂ ਆਪ ਜੀ ਨੂੰ ਪਤਾ ਹੈ, ਮੂਲ ਮੰਤਰ ਅਸੀਂ ਰੋਜ਼ ਕਲਾਸ ਸ਼ੁਰੂ ਕਰਨ ਵੇਲੇ ਕਰਦੇ ਹਾਂ, ਔਰ ਮੂਲ ਮੰਤਰ ਦਾ ਸਰੂਪ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ। ਕੁਝ ਸੱਜਣ, ਕੁਝ ਸੰਸਥਾਵਾਂ ਇਹਨਾਂ ਮੂਲ ਮੰਤਰ ਦੇ ਸਰੂਪ ਤੇ ਸਹਿਮਤ ਨਹੀਂ ਹਨ, ਪਰ ਗੁਰਬਾਣੀ ਵਿਆਕਰਨ ਦੇ ਲੱਗੇ ਹੋਏ ਨਿਯਮਾਂ ਮੁਤਾਬਕ ਵੀ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰਲੀ ਤਰਤੀਬ ਨੂੰ ਦੇਖਦਿਆਂ ਹੋਇਆਂ ਵੀ
ਇਹ ਗੱਲ ਸਮਝ ਆ ਜਾਂਦੀ ਹੈ ਕਿ ਇਹ ਮੂਲ ਮੰਤਰ ਦਾ ਸਰੂਪ ਇੱਥੋਂ ਤੱਕ ਹੀ ਹੈ। ਜਪ ਜਿਹੜਾ ਹੈ ਉਹ ਬਾਣੀ ਦਾ ਨਾਮ ਹੈ। ਜਪ ਬਾਣੀ ਅੰਦਰ 2 ਸ਼ਲੋਕ ਹਨ। ਪਹਿਲਾ ਸ਼ਲੋਕ ਆਰੰਭ ਵਿੱਚ ਦਰਜ ਕੀਤਾ ਗਿਆ ਔਰ ਆਖਰੀ ਸ਼ਲੋਕ ਜਿਹੜਾ ਹੈ ਉਹ ਸਾਹਿਬ ਜੀ ਦੀ ਇਸ ਬਾਣੀ ਦੀ ਸਮਾਪਤੀ ਤੋਂ ਬਾਅਦ 38 ਪੌੜੀਆਂ ਤੋਂ ਬਾਅਦ ਉਹ ਦਰਜ ਕੀਤਾ ਗਿਆ। ਗੁਰਪ੍ਰਸਾਦ ਤੋਂ ਬਾਅਦ 2 ਡੰਡੀਆਂ ਦਾ ਆ ਜਾਣਾ ਵੀ ਇਹ ਗੱਲ ਦਾ ਪ੍ਰਤੀਕ ਹੈ ਕਿ ਇੱਥੇ ਆ ਕੇ ਇਹ ਵਿਸ਼ਾ ਜਿਹੜਾ ਹੈ ਉਹਦੀ ਸਮਾਪਤੀ ਹੋ ਜਾਂਦੀ ਹੈ। ਅੱਗੋਂ ਅਲੱਗ ਚੀਜ਼ ਹੈ, ਉਹ ਹੈ ਜਪ, ਉਹ ਬਾਣੀ ਦਾ ਨਾਮ ਹੈ। ਜਿਵੇਂ ਸੁਖਮਣੀ, 12 ਮਾਹਾ, ਆਨੰਦ, ਇਸ ਤਰ੍ਹਾਂ ਹੀ ਇਹ ਬਾਣੀ ਹੈ ਜਪ। ਜਪ ਬਾਣੀ ਅਸਲ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਦੇ ਤਤਸਾਰ ਹੈ, ਜੋ ਉਹਨਾਂ ਨੇ ਸਾਰੇ ਜੀਵਨ ਦੇ ਵਿੱਚ, ਅਸੀਂ ਇਉਂ ਕਹਿ ਸਕਦੇ ਹਾਂ ਕਿ ਸੁਲਤਾਨਪੁਰ ਤੋਂ ਚੱਲ ਕੇ ਸਤਿਗੁਰੂ ਜੀ ਦੇ ਆਖਰੀ ਸਿੱਧਾਂ ਦੇ ਨਾਲ ਜਿਹੜੀਆਂ ਵਿਚਾਰਾਂ ਹੋਈਆਂ, ਇਹ ਸਾਰਾ ਨਿਚੋੜ ਜੋ ਕੁਝ ਸਾਹਿਬ ਜੀ ਨੇ ਵੇਖਿਆ, ਜੋ ਕੁਝ ਸਾਹਿਬ ਜੀ ਨੇ ਮਾਣਿਆ, ਜੋ ਕੁਝ ਉਪਦੇਸ਼ ਹੋਏ, ਜੋ ਚਰਚਾ ਹੋਈਆਂ, ਜੋ ਗੁਰੂ ਜੀ ਨੇ ਉਹਨਾਂ ਚਰਚਾਂ ਦਾ ਤਤਸਾਰ ਸੀ। ਦੁਨੀਆ ਕੀ ਕਰਦੀ ਹੈ, ਕਿਸ ਤਰ੍ਹਾਂ ਚੱਲ ਰਿਹਾ, ਰੱਬ ਦੇ ਬਾਰੇ ਕੀ ਭੁਲੇਖੇ ਪਾਏ ਹੋਏ ਨੇ, ਰੱਬ ਨੂੰ ਕਿਵੇਂ ਮਿਲਿਆ ਜਾਂਦਾ ਹੈ, ਇਹ ਸਾਰੇ ਤਤਸਾਰ ਇਸ ਜਪ ਦੀ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਦਰਜ ਕੀਤਾ। ਇਸੇ ਵਾਸਤੇ ਹੀ ਅਸੀਂ ਇਹ ਮੰਨਦੇ ਹਾਂ ਕਿ ਸਤਿਗੁਰੂ ਜੀ ਦੀ ਇਹ ਜਪ ਬਾਣੀ ਕਰਤਾਰਪੁਰ, ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਉੱਥੇ ਬੈਠ ਕੇ ਇਹਦੀ ਰਚਨਾ ਕੀਤੀ ਗਈ, ਕਿਉਂਕਿ ਬਾਣੀ ਤਤਸਾਰ ਜਾਪਦੀ ਹੈ ਜੋ ਸਤਿਗੁਰੂ ਜੀ ਦੇ ਕੀਤੀਆਂ ਹੋਈਆਂ ਉਦਾਸੀਆਂ, ਕੀਤੇ ਹੋਏ ਉਪਦੇਸ਼ ਜੋ ਸਾਰੇ ਹਨ, ਔਰ ਜੋ ਸਤਿਗੁਰੂ ਜੀ ਦਾ ਤਜਰਬਾ ਸੀ ਜੀਵਨ ਦਾ, ਸਤਿਗੁਰੂ ਜੀ ਨੇ ਉਹ ਸਾਰਾ ਇਹਦੇ 'ਚ ਲਗਭਗ ਦਰਜ ਕੀਤਾ ਹੈ। ਤੇ ਜਪ ਤੋਂ ਪਹਿਲਾਂ, ਜਿਵੇਂ ਹਰ ਬਾਣੀ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਇਸ਼ਟ ਦੀ ਆਰਾਧਨਾ ਕੀਤੀ ਜਾਂਦੀ, ਉਹਦਾ ਸਰੂਪ ਵਰਣਨ ਕੀਤਾ ਜਾਂਦਾ ਹੈ, ਜਿਹਦੀਆਂ ਗੱਲਾਂ ਕਰਨੀਆਂ ਹਨ ਉਹਦੇ ਬਾਰੇ, ਉਹਦੇ ਸਰੂਪ ਬਾਰੇ ਜਾਂ ਉਹਦੀ ਹਸਤੀ ਬਾਰੇ ਪਹਿਲਾਂ ਦੱਸਿਆ ਜਾਂਦਾ ਹੈ। ਇਹ ਰਿਵਾਜ ਹੈ, ਰਵਾਇਤ ਵੀ ਹੈ, ਪੁਰਾਤਨ ਤੇ ਹੁਣ ਵੀ ਚੱਲੀ ਆਉਂਦੀ ਹੈ। ਹਰ ਮਜ਼ਹਬ ਵਿੱਚ ਆਪੋ ਆਪਣੇ ਅਕੀਦਿਆਂ ਮੁਤਾਬਕ ਜਦੋਂ ਵੀ ਕੋਈ ਕੰਮ ਸ਼ੁਰੂ ਕਰਦੇ ਨੇ, ਆਪਣੇ ਧਰਮ ਦੇ, ਆਪਣੇ ਮਜ਼ਹਬ ਦੇ ਜੋ ਲਿਖਾਇਕ ਹਨ, ਉਹਨਾਂ ਨੂੰ ਕਈ ਵਾਰੀ ਆਪਣੇ ਉੱਤੇ ਲਿਖ ਦਿੰਦੇ ਹਨ। ਪੁਰਾਤਨ ਸਮੇਂ ਦੇ ਵਿੱਚ ਜਦੋਂ ਬਹੁਤ ਚਿੱਠੀਆਂ ਲਿਖੀਆਂ ਜਾਂਦੀਆਂ ਸੀ, ਮੈਨੂੰ ਯਾਦ ਹੈ ਅਸੀਂ ਛੋਟੇ ਸਾਂ ਤਾਂ ਚਿੱਠੀ ਲਿਖਣ ਲੱਗਿਆਂ ਵੀ ਸਾਡੇ ਮਾਤਾ ਪਿਤਾ ਉੱਤੇ ਇੱਕ ਓਂਕਾਰ ਜਾਂ ਵਾਹਿਗੁਰੂ ਜੀ ਕੀ ਫਤਿਹ ਜਾਂ ਸਤਨਾਮ, ਸਤਿਗੁਰੂ ਪ੍ਰਸਾਦ, ਇਸ ਤਰ੍ਹਾਂ ਲਫ਼ਜ਼ ਲਿਖਿਆ ਕਰਦੇ ਸੀ। ਕਾਰਨ ਸੀ ਵੀ ਆਪਣੇ ਇਸ਼ਟ ਨੂੰ ਯਾਦ ਕਰਕੇ ਹਰ ਚੀਜ਼ ਜਿਹੜੀ ਸੀ ਲਿਖੀ ਜਾਂਦੀ। ਇਸੇ ਤਰ੍ਹਾਂ ਕੋਈ ਵੀ ਬਾਣੀ ਸ਼ੁਰੂ ਕਰਨ ਤੋਂ ਪਹਿਲਾਂ, ਨਵੀਂ ਰਚਨਾ ਜਾਂ ਨਵੀਂ ਚੀਜ਼ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੰਤਰ ਦੇ ਅੰਦਰ ਹੀ ਜਿੱਥੇ ਵੀ ਕੋਈ ਨਵਾਂ ਸਿਰਲੇਖ ਆਇਆ, ਉਸ ਤੋਂ ਪਹਿਲਾਂ ਮੂਲ ਮੰਤਰ ਨੂੰ ਦਰਜ ਕੀਤਾ ਗਿਆ ਹੈ। ਕਿਤੇ ਮੂਲ ਮੰਤਰ ਦੇ ਵੱਖਰੇ ਵੱਖਰੇ ਸਰੂਪ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹਨ, ਪਰ ਜੋ ਮੂਲ ਮੰਤਰ ਦਾ ਪੂਰਾ ਸਰੂਪ ਹੈ, ਉਹ ਸਰੂਪ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ, ਜਿਹੜਾ ਅਸੀਂ ਇੱਥੇ ਸਾਹਮਣੇ ਸਾਡੇ ਅਸੀਂ ਰੋਜ਼ ਜਿਹਦਾ ਪਾਠ ਕਰਦੇ ਹਾਂ। ਤੋ ਇੱਕ ਓਂਕਾਰ ਤੋਂ ਲੈ ਕੇ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਗ ਗੁਰਪ੍ਰਸਾਦ। ਪਹਿਲਾ ਸ਼ਬਦ ਇੱਕ ਓਂਕਾਰ ਆਉਂਦਾ ਹੈ। ਉਚਾਰਨ ਵੇਲੇ ਇਸ ਸ਼ਬਦ ਦੇ 3 ਹਿੱਸੇ ਕੀਤੇ ਜਾਂਦੇ ਹਨ। ਏਕਾ ਜੋ ਲਿਖਤੀ, ਜੋ ਸਾਡਾ ਗਿਣਤੀ ਦਾ ਲਿਖਾਇਕ ਹੈ, ਫਿਰ ਦੂਜਾ ਲਫ਼ਜ਼ ਹੈ ਓੰਗ, ਤੇ ਤੀਜਾ ਹੈ ਕਾਰ। ਤੋ ਇਸ ਦਾ ਪਾਠ ਕਰਨ ਲੱਗਿਆਂ ਅਸੀਂ ਪਾਠ ਕਰਦੇ ਹਾਂ ਇੱਕ ਓੰਕਾਰ, ਇੱਕ ਓਂਕਾਰ, ਏਕਮਕਾਰ ਨਹੀਂ। ਕਈ ਵਾਰੀ ਅਸੀਂ ਇਹਨੂੰ ਏਕਮਕਾਰ ਪੜ੍ਹਦੇ ਹਾਂ, ਕਈ ਵਾਰੀ ਅਸੀਂ ਇਹਨੂੰ ਹੋਰ ਸ਼ਬਦਾਂ ਦੇ ਨਾਲ ਉਚਾਰਨ ਕਰਦੇ ਹਾਂ, ਪਰ ਇੱਕ ਓੰਗ, ਊੜਾ ਦਾ ਮੂੰਹ ਖੁੱਲ੍ਹਾ ਤੇ ਐੜੇ ਦੇ ਉੱਤੇ ਟਿੱਪੀ, ਇਹ ਲਫ਼ਜ਼ ਬਣੇਗਾ ਓੰਗ। ਤੇ ਤੀਜਾ ਹੈਗਾ ਲਫ਼ਜ਼ ਜਿਹੜੀ ਉੱਤੇ ਬਣੀ ਹੋਈ ਹੈ, ਉਹ ਹੈ ਕਾਰ, ਸੰਸਕ੍ਰਿਤ ਦਾ ਸ਼ਬਦ ਹੈ। ਤੋ 3 ਹਿੱਸੇ ਇਹ ਵੱਖੋ ਵੱਖਰੇ ਉਚਾਰਿਆ ਇਉਂ ਬਣਦੇ ਹਨ, ਇੱਕ ਓੰਕਾਰ। ਅਸੀਂ ਇਹਦਾ ਉਚਾਰਨ ਕਰਦੇ ਹਾਂ ਇੱਕ ਓੰਕਾਰ,
ਉਚਾਰਨ ਦਾ ਪੱਖ ਖਾਸ ਕਰਕੇ ਇਹ ਦੇਖਣ ਵਾਲਾ ਹੈ, ਕਿਉਂਕਿ ਬਹੁਤ ਸਾਰੇ ਅਸੀਂ ਸੱਜਣ ਜਿਹੜੇ ਹਾਂ ਜਾਂ ਆਪ ਗੁਰੂ ਕੇ ਸਿੱਖ ਜਿਹੜੇ ਹਾਂ ਇਹਦਾ ਉਚਾਰਨ ਸ਼ੁੱਧ ਨਹੀਂ ਕਰ ਸਕਦੇ। ਤਾਂ ਇਹਦੇ ਬਾਰੇ ਜ਼ਰੂਰੀ ਹੈ ਕਿ ਮੈਂ ਆਪ ਵੀ ਇਹਨੂੰ ਬਹੁਤ ਦੇਰ ਬਾਅਦ ਇਹਦੇ ਉਚਾਰਨ ਨੂੰ ਸਿੱਖਿਆ। ਜਦੋਂ ਪਹਿਲਾਂ ਏਕ ਓਂਕਾਰ ਇਸ ਤਰ੍ਹਾਂ ਕਰਕੇ ਹੀ ਪਾਠ ਕਰ ਲਈਦਾ ਸੀ, ਪਰ ਜਦੋਂ ਅਰਥ ਬੋਧ ਸਮਝਿਆ, ਵਿਚਾਰ ਕੀਤੀ, ਫਿਰ ਇਹਨਾਂ ਕਲਾਸਾਂ 'ਚ ਆਉਣਾ ਸ਼ੁਰੂ ਕੀਤਾ, ਤਾਂ ਉਹਨਾਂ ਕਲਾਸਾਂ ਵਿੱਚੋਂ ਹੀ ਸਾਨੂੰ ਇਹਦੇ ਉਚਾਰਨ ਦੇ ਬਾਰੇ ਦੀ ਸਪਸ਼ਟਤਾ ਜਿਹੜੀ ਸੀ ਉਹ ਹੋਈ। ਤਾਂ ਕਲਾਸਾਂ ਦਾ ਮਕਸਦ ਕੇਵਲ ਕਥਾ ਕਰਨਾ ਨਹੀਂ ਹੈ। ਕਲਾਸਾਂ ਦਾ ਮਤਲਬ ਜੋ ਆਈਆਂ ਹੋਈਆਂ ਸਾਡੇ ਅੰਦਰ ਜਿਹੜੀਆਂ ਜਾਣਕਾਰੀ ਹੈ ਉਹ ਹਾਸਲ ਕਰਨੀ ਬੜੀ ਜ਼ਰੂਰੀ ਹੈ। ਤੋ ਇੱਥੇ ਇੱਕ ਓਂਕਾਰ ਜਿਹੜਾ ਇੱਕ ਓਂਕਾਰ ਇਸ ਤਰ੍ਹਾਂ ਇਹਦਾ ਉਚਾਰਨ ਜਿਹੜਾ ਹੈ ਉਹ ਸ਼ਬਦ ਦਾ ਹੋਏਗਾ। ਓਮ ਸੰਸਕ੍ਰਿਤ ਦਾ ਸ਼ਬਦ ਹੈ। ਤੋ ਇਹਦੇ ਤਿੰਨ ਅਰਥ ਉਹਨਾਂ ਨੇ ਇਹਦੇ ਜਿਹੜੇ ਅਮਰਕੋਸ਼ ਦੇ ਵਿੱਚ ਇਹਦੇ ਕੀਤੇ ਹੋਏ ਹਨ। ਵੇਦ ਆਦਿ ਧਾਰਮਿਕ ਪੁਸਤਕਾਂ ਦੇ ਆਰੰਭ ਦੇ ਅਖੀਰ ਵਿੱਚ ਅਰਦਾਸ ਜਾਂ ਕਿਸੇ ਪਵਿੱਤਰ ਧਰਮ ਕਾਰਜ ਦੇ ਆਰੰਭ ਵਿੱਚ ਅੱਖਰ ਓਮ ਪਵਿੱਤਰ ਅੱਖਰ ਜਾਣ ਕੇ ਵਰਤਿਆ ਜਾਂਦਾ ਹੈ। ਦੂਜਾ, ਕਿਸੇ ਹੁਕਮ ਜਾਂ ਪ੍ਰਸ਼ਨ ਆਦਿਕ ਦੇ ਉੱਤਰ ਵਿੱਚ ਆਦਰ ਤੇ ਸਤਿਕਾਰ ਨਾਲ ਜੀ ਹਾਂ, ਹਾਂਜੀ ਆਖਣਾ। ਤੋ ਇਹ ਓਮ ਦਾ ਅਰਥ ਜੀ ਹਾਂ ਵੀ ਉਹਨਾਂ ਨੇ ਲਿਖਿਆ ਹੈ। ਤੀਜਾ, ਓਮ ਦਾ ਅਰਥ ਬ੍ਰਹਮ ਹੈ। ਉਹਨਾਂ ਨੇ ਤਿੰਨ ਅਰਥ ਇਹਦੇ ਕੀਤੇ ਹਨ ਅਮਰਕੋਸ਼ ਦੇ ਵਿੱਚ, ਜਿਹੜੇ ਸੰਸਕ੍ਰਿਤ ਦੇ ਅਨੁਸਾਰ। ਇਹਨਾਂ ਵਿੱਚੋਂ ਕਿਹੜਾ ਅਰਥ ਇੱਥੇ ਲਿਆ ਜਾਣਾ ਹੈ ਜਾਂ ਕਿਹੜਾ ਅਰਥ ਇੱਥੇ ਢੁਕਦਾ ਹੈ ਜਾਂ ਕਿਹੜੇ ਅਰਥ ਗੁਰੂ ਸਾਹਿਬ ਜੀ ਨੇ ਇੱਥੇ ਵਰਤੇ ਹਨ, ਇਸ ਨੂੰ ਸਮਝਣ ਲਈ ਓਂਗ ਦੇ ਪਹਿਲਾਂ ਇੱਕ ਲਿਖ ਦਿੱਤਾ ਹੈ। ਓਂਗ ਲਫ਼ਜ਼ ਤੋਂ ਪਹਿਲਾਂ ਇੱਕ ਲਫ਼ਜ਼ ਜਿਹੜਾ ਹਿੰਸਾ ਗਿਣਤੀ ਦਾ ਹਿੰਸਾ ਜਿਹੜਾ ਉਹ ਲਿਖ ਦਿੱਤਾ। ਤੋ ਇਹਦਾ ਭਾਵ ਇਹ ਹੈ ਕਿ ਓਂਗ ਦਾ ਅਰਥ ਹੈ ਉਹ ਹਸਤੀ ਜੋ ਇੱਕ ਹੈ। ਤੋ ਓਂਗ ਤੋਂ ਪਹਿਲਾਂ ਇੱਕ ਲਿਖਣ ਦਾ ਮਤਲਬ ਸੀ ਉਹ ਹਸਤੀ ਜੋ ਇੱਕ ਹੈ, ਜਿਸ ਵਰਗਾ ਹੋਰ ਕੋਈ ਨਹੀਂ, ਉਹਦੇ ਵਰਗਾ ਹੋਰ ਕੋਈ ਨਹੀਂ, ਤੇ ਜਿਸ ਵਿੱਚ ਸਾਰਾ ਜਗਤ ਸਮਾ ਜਾਂਦਾ ਹੈ ਉਹ ਹਸਤੀ। ਤਾਂ ਮੈਨੂੰ ਇਹ ਜਾਪਦਾ, ਜੋ ਮੇਰੀ ਸੋਚ ਮੁਤਾਬਕ ਹੈ, ਵੀ ਇਹ ਜਿਹੜੇ ਇਹ ਮੂਲ ਮੰਤਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਜੋ ਗੁਣ ਹਨ ਜਿਹੜੇ ਬਿਆਨ ਕੀਤੇ ਹਨ, ਇਹ ਸੂਖਮ ਸਰੂਪ ਹੈ ਉਸ ਕਰਤੇ ਪੁਰਖ ਵਾਹਿਗੁਰੂ ਦਾ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੂੰ ਇਹਨਾਂ ਅੱਖਾਂ ਨਾਲ ਅਸੀਂ ਨਹੀਂ ਦੇਖ ਸਕਦੇ। ਦੋ ਸਰੂਪ ਜਿਹੜੇ ਹਨ ਉਹ ਅਕਾਲ ਪੁਰਖ ਵਾਹਿਗੁਰੂ ਦੇ ਹਨ। ਇੱਕ ਤਾਂ ਹੈ ਸਾਡਾ ਦਿਸਦਾ ਹੋਇਆ ਸਰੂਪ, ਕਿਉਂਕਿ ਉਹ ਸਾਰਿਆਂ ਦੇ ਵਿੱਚ ਹੈ। ਪਰ ਇੱਕ ਸਰੂਪ ਹੈ ਜੋ ਜਿਹਨੂੰ ਅਸੀਂ ਸੂਖਸ਼ਮ ਸਰੂਪ ਕਹਿੰਦੇ ਹਾਂ। ਦੂਜੇ ਕਈ ਵਿਦਵਾਨਾਂ ਨੇ ਉਹਨੂੰ ਨਿਰਗੁਣ ਸਰੂਪ ਵੀ ਲਿਖਿਆ, ਪਰ ਸੂਖਸ਼ਮ ਸਰੂਪ ਜ਼ਿਆਦਾ ਢੁਕਦਾ ਹੈ, ਜਿਹੜਾ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ। ਤਾਂ ਇਹ ਜਿਹੜੇ ਗੁਣ ਹਨ ਜੋ ਉਸ ਹਸਤੀ ਦੇ ਵਰਣਨ ਕੀਤੇ ਹਨ, ਜਿਨ੍ਹਾਂ ਨੂੰ ਅਸੀਂ ਇਹਨਾਂ ਅੱਖਾਂ ਦੇ ਨਾਲ ਨਹੀਂ ਦੇਖ ਸਕਦੇ। ਭਾਵ ਉਹ ਸੂਖਸ਼ਮ ਸਰੂਪ ਦੇ ਗੁਣ ਜਿਹੜੇ ਹਨ ਉਹ ਇਹ ਮੂਲ ਮੰਤਰ ਦੇ ਵਿੱਚ ਉਸ ਕਰਤਾਰ ਦੇ, ਉਸ ਵਾਹਿਗੁਰੂ ਦੇ, ਜੋ ਗੁਰੂ ਨਾਨਕ ਪਾਤਸ਼ਾਹ ਨੇ ਵੇਖਿਆ ਹੋਏਗਾ, ਜੋ ਜੋਤੀ ਵਿੱਚ ਮਿਲ ਕੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਹਿਸੂਸ ਹੋਇਆ, ਜੋ ਗੁਰੂ ਨਾਨਕ ਪਾਤਸ਼ਾਹ ਨੇ ਅਹਿਸਾਸ ਕੀਤਾ, ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਉਹਨਾਂ ਦਾ ਨਿੱਘ ਮਾਣਿਆ, ਤਾਂ ਉਸ ਗੁਣ ਜਿਹੜੇ ਹਨ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮੂਲ ਮੰਤਰ ਦੇ ਵਿੱਚ ਦਰਜ ਕੀਤੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਦੇ। ਤੋ ਇਹ ਪਹਿਲਾ ਸ਼ਬਦ ਇੱਕ ਓਂਕਾਰ ਲਫ਼ਜ਼ ਹੈ, ਤੇ ਉਹਦੇ ਗੁਣਾਂ ਤੋਂ ਪਹਿਲਾਂ ਉਸ ਵਾਹਿਗੁਰੂ ਜੀ ਦੇ ਇੱਕ ਹਸਤੀ ਹੋਣ ਦਾ ਦਾਅਵਾ ਗੁਰੂ ਪਾਤਸ਼ਾਹ ਜੀ ਨੇ ਕੀਤਾ ਹੈ। ਤੋ ਇਹ ਇਹਨਾਂ ਚੋਂ ਇੱਥੇ ਸਾਨੂੰ ਸਪਸ਼ਟ ਇਹ ਗੱਲ ਹੋ ਗਈ ਕਿ ਇਹ ਇੱਕ ਓਂਗ ਦਾ ਅਰਥ ਹੈ ਉਹ ਹਸਤੀ ਜੋ ਇੱਕ ਹੈ, ਜਿਸ ਵਰਗਾ ਹੋਰ ਕੋਈ ਹੈ ਨਹੀਂ, ਨਾ ਕੋਈ ਹੋਇਆ, ਨਾ ਕੋਈ ਹੋਏਗਾ, ਤੇ ਨਾ ਕੋਈ ਹੈ, ਔਰ ਜਿਸ ਵਿੱਚ ਸਾਰਾ ਜਗਤ ਜਿਹੜਾ ਹੈ ਉਹ ਸਮਾ ਜਾਂਦਾ ਹੈ। ਤੋ ਤੀਜਾ ਹਿੱਸਾ ਬਣਦਾ ਕਾਰ। ਜਿਸ ਦਾ ਜਿਹੜੀ ਉੱਤੇ ਇਸ ਤਰ੍ਹਾਂ ਕਰਕੇ ਲਿਖਿਆ ਹੋਇਆ, ਇਹ ਵੀ ਲਿਖਣ ਲੱਗਿਆ ਅੱਜ ਕੱਲ੍ਹ ਸਾਡੇ ਬਹੁਤ ਸਾਰੇ ਇੰਟਰਨੈਟ ਤੇ ਅਸੀਂ ਜੋ ਦੇਖਦੇ ਹਾਂ ਇਹਦੇ ਸਰੂਪ ਨੂੰ, ਉਹਦਾ ਬੜਾ ਵਿਗਾੜ ਦਿੱਤਾ ਗਿਆ। ਇਹਨੂੰ ਊੜੇ ਨੂੰ ਇਸ ਤਰ੍ਹਾਂ ਕਰਕੇ ਲਿਖ ਦਿੱਤਾ ਗਿਆ, ਊੜੇ ਨੂੰ ਕਿਸੇ ਨੇ ਕਿਸ ਤਰ੍ਹਾਂ ਬਣਾ ਕੇ ਦਿੱਤਾ, ਕਿਸੇ ਨੇ ਏਕਾ ਹੀ ਐ ਘੁਮਾ ਕੇ ਉੱਤੋਂ ਦੀ ਘੁਮਾ ਦਿੱਤਾ, ਗੋਲਾ ਬਣਾ ਦਿੱਤਾ। ਮੇਰੀ ਬੇਨਤੀ ਹੈ ਵੀ ਸਾਨੂੰ ਇਸ ਸਰੂਪ ਨੂੰ ਵਿਗਾੜਨਾ ਨਹੀਂ ਚਾਹੀਦਾ। ਜਿਹੜਾ ਸਰੂਪ ਗੁਰੂ ਪਾਤਸ਼ਾਹ ਜੀ ਨੇ ਦਰਜ ਕੀਤਾ ਹੈ ਮੁਕੰਮਲ ਸਰੂਪ ਹੈ, ਔਰ ਓਂਕਾਰ ਲਫ਼ਜ਼ ਨੂੰ ਅਸੀਂ ਕੱਟ ਹੀ ਦਿੰਦੇ ਹਾਂ ਪਿੱਛੋਂ। ਬਹੁਤ ਸਾਰੇ ਤੁਸੀਂ ਦੇਖੋਗੇ, ਗੂਗਲ ਤੇ ਸਰਚ ਮਾਰ ਕੇ ਦੇਖੋਗੇ ਤਾਂ ਇੱਕ ਓਂਕਾਰ ਦੇ ਸਰੂਪ ਦੇ ਵਿੱਚੋਂ ਪਿਛਲਾ ਹਿੱਸਾ ਜੋ ਕਾਰ ਮੇਨ, ਉਹ ਹੈ ਹੀ ਨਹੀਂ, ਉਹ ਨਜ਼ਰ ਹੀ ਨਹੀਂ ਆਉਂਦਾ।
ਇਹ ਵਿਗੜੇ ਹੋਏ ਸਰੂਪ ਅਸੀਂ ਉਹਦੀ ਡੈਕੋਰੇਸ਼ਨ ਕਰਦਿਆਂ ਨੇ ਡੈਕੋਰੇਸ਼ਨ ਤਾਂ ਕੀ ਕਰਨੀ ਸੀ, ਸਾਹਿਬ ਜੀ ਦੇ ਉਸ ਪਾਵਨ ਸਰੂਪ ਨੂੰ ਹੀ, ਜਿਹੜੇ ਉਸ ਓਂਕਾਰ ਦੇ ਪਾਵਨ ਸਰੂਪ ਨੂੰ ਹੀ ਅਸੀਂ ਵਿਗਾੜ ਕੇ ਰੱਖ ਦਿੱਤਾ। ਤਾਂ ਮੇਰੀ ਇਹ ਬੇਨਤੀ ਹੈ, ਖਾਸ ਕਰਕੇ ਜਦੋਂ ਅਸੀਂ ਲਿਖਦੇ ਹਾਂ ਤਾਂ ਓਂਕਾਰ ਲਫ਼ਜ਼ ਜਿਹੜਾ ਹੈ ਉਹਨੂੰ ਲਿਖਣ ਦੇ ਸਾਨੂੰ ਪੂਰੀ ਤਰ੍ਹਾਂ ਇਹ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਆਪਣੇ ਬੱਚਿਆਂ ਨੂੰ ਵੀ ਘਰ ਦੇ ਵਿੱਚ ਵੀ ਇਹਦੀ ਪ੍ਰੈਕਟਿਸ ਵੀ ਕਰਨੀ ਚਾਹੀਦੀ ਹੈ ਵੀ ਅਸੀਂ ਇਸ ਨੂੰ ਕਿਵੇਂ ਲਿਖਣਾ ਹੈ। ਤਾਂ ਇਹ ਕਾਰ ਲਫ਼ਜ਼ ਜਿਹੜਾ ਹੈ, ਇਹ ਸਰੂਪ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਦਿੱਤਾ ਸਾਨੂੰ, ਇਹ ਵੀ ਸੰਸਕ੍ਰਿਤ ਦੇ ਵਿੱਚੋਂ ਹੀ ਇਹ ਸ਼ਬਦ ਜਿਹੜਾ ਹੈ ਇਹ ਆਇਆ ਹੈ। ਤਾਂ ਕਾਰ ਸੰਸਕ੍ਰਿਤ ਦਾ ਇੱਕ ਪਿਛੇਤਰ ਮੰਨਿਆ ਜਾਂਦਾ ਹੈ। ਆਮ ਤੌਰ ਦੇ ਉੱਤੇ ਇਹ ਪਿਛੇਤਰ ਨਾਵਾਂ ਦੇ ਅਖੀਰ ਦੇ ਵਿੱਚ ਵਰਤਿਆ ਜਾਂਦਾ ਹੈ। ਇਸ ਦਾ ਅਰਥ ਹੈ ਇੱਕ ਰਸ, ਜਿਸ ਵਿੱਚ ਕੋਈ ਤਬਦੀਲੀ ਨਾ ਆਵੇ, ਕੋਈ ਚੇਂਜ ਨਾ ਆਵੇ, ਕੌਨਸਟੈਂਟ, ਲਗਾਤਾਰ ਇੱਕ ਰਸ ਰਹਿਣ ਵਾਲਾ। ਤਾਂ ਇਸ ਪਿਛੇਤਰ ਦੇ ਲਾਣ ਨਾਲ ਨਾਉਨ ਦਾ ਕੋਈ ਜੈਂਡਰ ਚੇਂਜ ਨਹੀਂ ਹੁੰਦਾ, ਕੋਈ ਲਿੰਗ ਦੇ ਵਿੱਚ ਫਰਕ ਨਹੀਂ ਪੈਂਦਾ। ਜੇ ਨਾਉਨ ਪਹਿਲਾਂ ਪੁਲਿੰਗ ਹੈ ਤਾਂ ਇਹ ਪਿਛੇਤਰ ਲਾ ਕੇ ਉਹ ਪੁਲਿੰਗੀ ਰਹੇਗਾ। ਜੇ ਇਹ ਪਹਿਲਾਂ ਇਸਤਰੀ ਲਿੰਗ ਹੈ ਤਾਂ ਇਹ ਪਿਛੇਤਰ ਲਾ ਕੇ ਉਹ ਇਸਤਰੀ ਲਿੰਗ ਹੀ ਰਹਿੰਦਾ ਹੈ। ਇਹਦੇ ਨਾਲ ਨਾਉਨ ਚੇਂਜ ਨਹੀਂ ਹੁੰਦਾ। ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ ਨੇ। ਮੈਂ ਕੋਸ਼ਿਸ਼ ਕਰਦਾ ਜੇ ਦਰਪਣ ਦੇ ਪੂਰਾ ਪੇਜ ਸਾਡੇ ਨਾਲ ਸ਼ੇਅਰ ਹੋ ਜਾਏ ਤੇ ਉਹ ਸਾਨੂੰ ਜ਼ਿਆਦਾ ਰਹੇਗਾ, ਤਦ ਕਿ ਅਸੀਂ ਉਹਦੇ ਤੋਂ ਅਸੀਂ ਦੇਖ ਵੀ ਸਕੀਏ। ਸ਼ਾਇਦ ਆਪ ਜੀ ਦੇਖ ਸਕਦੇ ਹੋ। ਦੇਖੋ ਸਕਰੀਨ ਆਪ ਜੀ ਦੇ ਸਾਹਮਣੇ ਹੈ। ਤੋ ਇਹਦੇ ਚ MP ਸਿੰਘ ਦੀ ਸਕਰੀਨ ਆ ਰਹੀ ਹੈ। ਤੋ ਇਹ ਹਿੱਸਾ ਦੇਖੋ ਸਾਡੇ ਸਾਹਮਣੇ ਹੈ। ਪਿਛੇਤਰ ਲਾਉਣ ਦੇ ਨਾਲ ਇਹਦੇ ਨਾਉਨ ਜਿਹੜੇ ਹਨ ਉਹਦੇ ਜੈਂਡਰ ਜਿਹੜਾ ਹੈ ਚੇਂਜ ਨਹੀਂ ਹੁੰਦਾ। ਗੁਰੂ ਇਹਦੇ ਚ ਉਦਾਹਰਨਾਂ ਗੁਰਬਾਣੀ ਦੇ ਵਿੱਚੋਂ ਦਿੱਤੀਆਂ ਨੇ। ਗੌੜੀ ਰਾਗ ਦੇ ਵਿੱਚੋਂ ਨੰਨਾ ਕਾਰ ਨਾ ਕੋਏ ਕਰਈ ਰਾਖੇ ਆਪ ਵਡਿਆਈ ਦੇਈ, ਇਹ ਪੁਲਿੰਗ ਦੀਆਂ ਉਦਾਹਰਨਾਂ ਹਨ। ਪਹਿਲਾਂ ਕੀਮਤ ਸੋ ਪਾਵੇ ਆਪ ਜਨਾਵੈ, ਆਪ ਭੁੱਲ ਨਾ ਭੁੱਲੇ, ਜੈਕਾਰ ਕਰੇ ਤੁਧ ਭਾਵੇਂ, ਗੁਰ ਕੇ ਸ਼ਬਦ ਅਮੁੱਲੇ। ਕਾਰ ਲਫ਼ਜ਼ ਜਿਹੜਾ ਲੱਗਾ ਜੈਕਾਰ, ਨੰਨਾਕਾਰ, ਇਹਦੇ ਨਾਲ ਉਹਦੇ ਜੈਂਡਰ ਦਾ ਕੋਈ ਚੇਂਜ ਨਹੀਂ ਹੋਇਆ ਤੇ ਨਾ ਹੀ ਚੇਂਜ ਇਸ ਤਰ੍ਹਾਂ ਹੁੰਦਾ ਹੈ। ਇਹ ਉਦਾਹਰਨਾਂ ਹਨ ਜਿਹੜੀਆਂ ਸਾਡੇ ਸਾਹਮਣੇ ਹੈ। ਜੇ ਗੁਰੂ ਪਾਤਸ਼ਾਹ ਜੀ ਦੇ ਜੋ ਇਹਦੀ ਲਿਖਤ ਹੈ ਗੁਰਬਾਣੀ ਦੀ, ਕਮਾਲ ਦੀ ਹੈ। ਤੇ ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਦਰਪਣ ਦੇ ਵਿੱਚੋਂ ਉਦਾਹਰਨਾਂ ਮੈਂ ਜੋ ਹਨ ਤੁਹਾਡੇ ਸਾਹਮਣੇ ਇਸ ਕਰਕੇ ਕੀਤੀਆਂ ਨੇ ਕਿ ਸਾਹਮਣੇ ਆਉਣ ਨਾਲ ਇਹਦੀ ਸਮਝ ਜ਼ਿਆਦਾ ਆ ਜਾਂਦੀ ਹੈ। ਜੇ ਪਿਛੇਤਰ ਲੱਗਣ ਦੇ ਨਾਲ ਇਹਨਾਂ ਸ਼ਬਦਾਂ ਦੇ ਅਰਥ ਕਿਵੇਂ, ਨੰਨਾਕਾਰ ਦਾ ਅਰਥ ਹੈ ਇੱਕ ਰਸ, ਇਨਕਾਰ, ਸਦਾ ਲਈ ਇਨਕਾਰ, ਜੈਕਾਰ ਲਗਾਤਾਰ, ਜੈ ਜੈ ਦੀ ਕਾਰ ਦੀ ਗੂੰਜ, ਨਿਰਤਕਾਰ ਇੱਕ ਰਸ ਨਾਚ, ਇੱਕ ਰਸ ਮਸਲਾ ਹੈ ਇਹਦਾ ਵਿੱਚੋਂ ਇੱਕ ਰਸ ਦਾ ਅਰਥ ਸਮਝਣ ਦਾ। ਚੰਤਕਾਰ ਇੱਕ ਰਸ, ਸੋਹਣੀ ਆਵਾਜ਼, ਲਗਾਤਾਰ ਸੋਹਣੀ ਆਵਾਜ਼। ਛੇਤਰਕਾਰ ਦੇ ਲਾਣ ਦੇ ਤੋਂ ਬਿਨਾਂ ਅਤੇ ਲਗਾਨ ਨਾਲ ਦੋਵਾਂ ਤਰ੍ਹਾਂ ਦੇ ਸ਼ਬਦਾਂ ਦੇ ਅਰਥਾਂ ਵਿੱਚ ਫਰਕ ਜਿਹੜੇ ਹਨ ਉਹ ਤੁਹਾਡੇ ਸਾਹਮਣੇ ਅੱਗੇ ਹੋਰ ਆ ਜਾਣਗੇ। ਆਪ ਜੀ ਉਹਨਾਂ ਨੂੰ ਵੀ ਦੇਖ ਲਓ। ਘਰ ਮੈਂ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ, ਪੰਜ ਸ਼ਬਦ ਧੁਨ ਕਾਰ ਧੁਨ, ਤਹ ਵਾਜੇ ਸ਼ਬਦ ਨਿਸ਼ਾਨ। ਹੁਣ ਧੁਨ ਤੇ ਧੁਨਕਾਰ ਦੇ ਵਿੱਚ ਫਰਕ ਹੈ। ਕਾਰ ਲਫ਼ਜ਼ ਦੇ ਨਾਲ ਅਰਥਾਂ ਦਾ ਕਿਵੇਂ ਫਰਕ ਪੈਂਦਾ ਹੈ। ਧੁਨਕਾਰ ਹੈ ਲਗਾਤਾਰ ਵਜਨ, ਇੱਕ ਰਸ, ਅਤੁੱਟ ਆਵਾਜ਼, ਧੁਨੀ। ਕਾਰ ਲਫ਼ਜ਼ ਦੇ ਨਾਲ ਲੱਗਣ ਦੇ ਨਾਲ ਅਰਥਾਂ ਦੇ ਫਰਕ ਜਿਹੜੇ ਹਨ ਉਹ ਸਮਝਣ ਦੇ ਲਈ ਇਹ ਉਦਾਹਰਨਾਂ ਦਿੱਤੀਆਂ ਗਈਆਂ ਹਨ। ਘਰ ਮੈਂ ਘਰ ਦਿਖਾਏ ਦੇ,
ਸੋ ਸਤਿਗੁਰ ਪੁਰਖ ਸੁਜਾਨ, ਪੰਜ ਸ਼ਬਦ ਧੁਨ ਕਾਰ ਧੁਨ। ਹੁਣ ਧੁਨ ਕਾਰ ਤੇ ਧੁਨੀ ਦੇ ਵਿੱਚ ਫਰਕ, ਅਰਥਾਂ ਦਾ ਫਰਕ ਆ ਗਿਆ। ਪਹਿਲਾਂ ਧੁਨ ਦੇ ਸਪੈਲਿੰਗ ਉਹੀ ਨੇ ਜੋ ਧੁਨ ਦੇ ਹੈ, ਧੱਦੇ ਨੂੰ ਔਂਕੜ ਤੇ ਨੰਨੇ ਨੂੰ ਸਿਆਰੀ। ਇਹਦੀ ਧੁਨਕਾਰ ਦੇ ਵਿੱਚ ਵੀ ਧੱਦੇ ਨੂੰ ਔਂਕੜ ਤੇ ਨੰਨੇ ਨੂੰ ਸਿਆਰੀ, ਪਰ ਪਿੱਛੇ ਕੱਕੇ ਨੂੰ ਕੰਨਾ ਤੇ ਆਰਾਕਾਰ ਨਾਲ ਦਾਰਾ ਨਾਲ ਲਾ ਕੇ ਧੁਨਕਾਰ ਲਿਖ ਦਿੱਤਾ। ਤੋ ਧੁਨ ਤੇ ਧੁਨਕਾਰ ਦੇ ਅਰਥਾਂ ਦਾ ਫਰਕ ਹੋ ਗਿਆ। ਧੁਨ ਕੀ ਹੈ? ਵੀ ਧੁਨੀ ਵੱਜਦੀ ਹੈ, ਅਸੀਂ ਕਹਿੰਦੇ ਹਾਂ ਜੀ ਸੰਗੀਤ ਹੈ, ਧੁਨ ਵੱਜ ਰਹੀ ਹੈ। ਤੇ ਧੁਨਕਾਰ ਲਗਾਤਾਰ ਇੱਕ ਰਸ ਅਟੁੱਟ, ਜਿਹੜੀ ਕਦੀ ਟੁੱਟਦੀ ਨਹੀਂ, ਉਹ ਮਿੱਠੀ ਲਗਾਤਾਰ ਨਾਦ ਵੱਜ ਰਿਹਾ, ਉਹ ਵਾਹਿਗੁਰੂ ਦੇ ਸ਼ਬਦ ਦਾ ਆਨੰਦ ਲਗਾਤਾਰ ਹੈ, ਜੋ ਟੁੱਟਦਾ ਨਹੀਂ ਹੈ। ਤੋ ਕਾਰ ਲਫ਼ਜ਼ ਦੇ ਨਾਲ ਲੱਗਣ ਦੇ ਨਾਲ ਅਰਥਾਂ ਦਾ ਜਿਹੜਾ ਹੈ ਉਹ ਫਰਕ ਇਸ ਢੰਗ ਨਾਲ ਪੈਂਦਾ ਹੈ। ਤੋ ਗੁਰੂ ਸਾਹਿਬ ਜੀ ਨੇ ਓਮ ਲਫ਼ਜ਼ ਜਿਹੜਾ ਆਮ ਵਰਤਿਆ ਜਾਂਦਾ ਸੀ, ਜਿਹਦਾ ਅਸੀਂ ਓਂਕਾਰ ਬਾਣੀ ਦੇ ਵਿੱਚ ਵਿਚਾਰ ਕਰ ਚੁੱਕੇ ਹਾਂ, ਉਹਦੀ ਦੁਬਾਰਾ ਵਿਚਾਰ ਨਹੀਂ ਕਰਾਂਗੇ। ਤੋ ਉਹ ਓਮ ਲਫ਼ਜ਼ ਜਿਹੜਾ ਪਹਿਲਾਂ ਓਮ ਲਫ਼ਜ਼ ਵਰਤਿਆ ਜਾਂਦਾ ਸੀ, ਤੇ ਉਸ ਗੁਰੂ ਸਾਹਿਬ ਜੀ ਨੇ ਇਹ ਗੱਲ ਸਮਝਾ ਦਿੱਤੀ ਵੀ ਉਹ ਕਾਰ ਤਾਂ ਹੈ, ਓਮ ਤਾਂ ਹੈ, ਲੇਕਿਨ ਉਹ ਪਹਿਲੀ ਗਿਣਤੀ ਹੈ ਉਹ ਇੱਕ ਹੀ ਹੈ। ਤੁਹਾਡੇ ਵਾਂਗੂ 3 ਜਾਂ 4 ਜਾਂ 33 ਕਰੋੜ ਨਹੀਂ ਆ। ਉਹ ਚੱਲ ਰਹੀ ਜੋ ਗਿਣਤੀ ਸੀ ਉਸ ਵੇਲੇ ਗੁਰੂ ਸਾਹਿਬ ਜੀ ਨੇ ਉਹ ਤੋਂ ਇਨਕਾਰ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਕਿਹਾ ਨਹੀਂ, ਉਹ ਹੈ ਇੱਕੋ ਹੀ ਹੈ, ਬਸ ਦੋ ਵੀ ਨਹੀਂ ਹੋ ਸਕਦੇ। ਜਿਸ ਓਂਕਾਰ ਦੀ ਗੱਲ ਮੈਂ ਕਰਨੀ ਹੈ, ਜਾਂ ਜਿਸ ਓਂਕਾਰ ਦੇ ਗੁਣਾਂ ਦਾ ਸਰੂਪ ਜਿਹੜਾ ਮੈਂ ਵੀ ਕਿ ਜੋ ਵਰਣਨ ਕੀਤਾ, ਜਾਂ ਸਮਾਜ ਨੂੰ ਝੋਲੀ 'ਚ ਪਾਣਾ, ਉਹਨੂੰ ਸਮਾਜ ਨੂੰ ਭੁਲੇਖੇ 'ਚ ਨਹੀਂ ਪਾਣਾ। ਕੋਈ ਕਿਹਦੀ ਪੂਜਾ ਕਰੇ, ਕੋਈ ਕਿਹਦੀ ਪੂਜਾ ਕਰੇ, ਕੋਈ ਕਿਹਦੀ ਪੂਜਾ ਕਰੇ, ਇਹ ਨਹੀਂ ਹੈ। ਉਹ ਇੱਕੋ ਹੀ ਹੈ ਜਿਹਦੀ ਹਸਤੀ ਹੈ, ਸਰਵ ਵਿਆਪਕ ਹਸਤੀ ਹੈ। ਤੇ ਉਹਦੇ ਨਾਲ ਫਿਰ ਗੁਰੂ ਪਾਤਸ਼ਾਹ ਜੀ ਨੇ ਇੱਕ ਲਫ਼ਜ਼ ਹਿੰਸਾ ਲਿਖ ਕੇ ਉਹਦਾ ਗੱਲ ਕਲੈਰਿਟੀ ਕਰ ਦਿੱਤੀ। ਤੇ ਫਿਰ ਅੱਗੇ ਕਹਿੰਦੇ ਨੇ ਉਹ ਜਿਹੜਾ ਕਾਰ ਲਫ਼ਜ਼ ਲਿਖਿਆ ਕਿ ਉਹ ਹਰ ਵੇਲੇ ਹੈ, ਇੱਕ ਰਸ ਮੌਜੂਦ ਹੈ, ਲਗਾਤਾਰ ਹੈ, ਉਹਦੀ ਹੋਂਦ ਉਹਦੀ ਹਸਤੀ ਕਦੀ ਖਤਮ ਨਹੀਂ ਹੁੰਦੀ, ਉਹ ਟੁੱਟਦੀ ਨਹੀਂ ਹੈ। ਫਿਰ ਅੱਗੇ ਦੇਖੋ, ਮਨ ਭੂਲੋ ਸਿਰ ਆਵੈ ਭਾਰ, ਮਨ ਮਾਨੇ ਹਰ ਏਕੰਕਾਰ। ਏਕੰਕਾਰ, ਇੱਕ ਓੰਕਾਰ, ਉਹ ਇੱਕ ਓਮ ਜੋ ਇੱਕ ਰਸ ਹੈ, ਜੋ ਹਰ ਥਾਂ ਤੇ ਵਿਆਪਕ ਹੈ, ਲਗਾਤਾਰ ਹੈ, ਵਸਿਆ ਹੋਇਆ ਹੈ। ਤੋ ਇੱਥੇ ਹੁਣ ਇੱਕ ਓੰਕਾਰ ਦੇ ਅਰਥ ਦਾ ਉਚਾਰਨ ਹੈ ਇੱਕ ਓੰਕਾਰ, ਜਾਂ ਕੁਝ ਵਿਦਵਾਨਾਂ ਨੇ ਇਹਨੂੰ ਏਕ ਓੰਕਾਰ ਲਫ਼ਜ਼ ਵੀ ਉਚਾਰਨ ਇਸ ਤੇ ਕੀਤੇ ਹਨ। ਕੁਝ ਵਿਦਵਾਨਾਂ ਨੇ, ਪ੍ਰੋਫੈਸਰ ਹਰਬੰਸ ਸਿੰਘ ਜੀ ਨੇ ਜੋ ਉਸ ਦੀ ਕੀਤਾ ਅਰਥ ਕੀਤੇ ਹਨ, ਤਾਂ ਉਹਦੇ ਅਰਥ ਏਕ ਓੰਕਾਰ ਦੇ ਕੀਤੇ ਹਨ। ਪਰ ਅਸੀਂ ਕਿਉਂਕਿ ਆਮ ਬੋਲੀ ਵਿੱਚ ਇਹਨੂੰ ਹੁਣ ਇੱਕ ਬੋਲਦੇ ਹਾਂ, ਤੇ ਇਹ ਗਿਣਤੀ ਦਾ ਪੰਜਾਬੀ ਦਾ ਜਿਹੜਾ ਗੁਰਮੁਖੀ ਦਾ ਏਕਾ ਹੈ, ਇਹ ਸਾਨੂੰ ਇਹ ਵੀ ਅੱਖਰਾਂ ਦੀ ਪਛਾਣ ਹੋਣੀ ਚਾਹੀਦੀ ਹੈ ਕਿ ਗੁਰਮੁਖੀ ਅੱਖਰਾਂ ਦਾ ਜਿਹੜਾ ਏਕਾ ਹੈ ਉਹ ਕਿਸ ਤਰ੍ਹਾਂ, ਤੇ ਦੂਸਰੇ ਅੱਖਰ ਜਿਹੜੇ ਹਨ ਉਹ ਕਿਸ ਤਰ੍ਹਾਂ ਹਨ। ਇਹ ਸਾਰੀ ਪਛਾਣ ਸਾਨੂੰ ਜਿਹੜੀ ਹੈ ਇਹ ਹੋਣੀ ਬੜੀ ਜ਼ਰੂਰੀ ਹੈ। ਤੋ ਇਸ ਕਰਕੇ ਇਹ ਏਕ ਓਂਕਾਰ ਜਿਹੜਾ ਹੈ, ਇਹ ਇੱਕ ਰਸ ਵਿਆਪਕ ਦੇ ਅਰਥ ਗੁਰੂ ਪਾਤਸ਼ਾਹ ਜੀ ਨੇ ਇੱਥੇ ਸਾਡੇ ਲਈ ਕੀਤੇ ਹਨ। ਇੱਥੇ ਇਹ ਗੱਲ ਸਮਝਣ ਦੀ ਲੋੜ ਹੈ ਵੀ ਇਹ ਇੱਕ ਓਂਕਾਰ ਜਿਹੜਾ ਗੁਰੂ ਸਾਹਿਬ ਜੀ ਨੇ ਵਰਣਨ ਕੀਤਾ, ਵੀ ਇੱਕ ਪਰਮਾਤਮਾ ਜੋ ਇੱਕ ਰਸ ਵਿਆਪਕ ਹੈ, ਜੋ ਕਦੇ ਵੀ ਖਤਮ ਨਹੀਂ ਹੁੰਦਾ, ਜਿਹਦੀ ਹਸਤੀ ਨੂੰ ਕਦੇ ਵੀ ਅਸੀਂ ਖਤਮ ਨਹੀਂ ਕਰ ਸਕਦੇ। ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਇਸ ਗੱਲ ਨੂੰ ਬਾਰ-ਬਾਰ ਕਈ ਜਗ੍ਹਾ ਦੇ ਉੱਤੇ ਇਸ ਗੱਲ ਨੂੰ ਬਿਆਨ ਕੀਤਾ ਹੈ। ਜਿਵੇਂ ਸਤਿਗੁਰੂ ਜੀ ਕਹਿੰਦੇ ਨੇ, ਏਕ ਰੂਪ ਸਗਲੋ ਪਾਸਾਰਾ, ਆਪੇ ਵਣਜ ਆਪ ਵਿਵਹਾਰਾ, ਐਸੋ ਗਿਆਨ ਬਿਰਲੋ ਹੀ ਪਾਏ, ਜਤ ਕਤ ਜਾਈਏ ਤਤ ਦ੍ਰਿਸ਼ਟਾਏ। ਇਹ ਬਿਲਾਵਲ ਰਾਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇੱਕ ਬਚਨ ਆਉਂਦਾ, ਅਨਕ ਰੰਗ ਨਿਰਗੁਣ ਇੱਕ ਰੰਗਾ, ਆਪੇ ਜਲ ਆਪ ਹੀ ਤਰੰਗਾ, ਆਪ ਹੀ ਮੰਦਰ ਆਪੇ ਸੇਵਾ, ਆਪ ਹੀ ਪੁਜਾਰੀ ਆਪ ਹੀ ਦੇਵਾ, ਆਪੇ ਜੋਗ ਆਪ ਹੀ ਜੁਗਤਾ, ਨਾਨਕ ਕੇ ਪ੍ਰਭ ਸਦ ਹੀ ਮੁਕਤਾ। ਇਹ ਗੁਰੂ ਪਾਤਸ਼ਾਹ ਜੀ ਦਾ ਬਚਨ ਗੁਰੂ ਅਰਜਨ ਦੇਵ ਮਹਾਰਾਜ ਦਾ ਹੈ, ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਿਲਾਵਲ ਰਾਗ ਦੇ ਵਿੱਚ ਹੈ। ਤੋ ਇੱਥੇ ਜੀ ਗੁਰੂ ਸਾਹਿਬ ਜੀ ਨੇ ਉਸ ਵਾਹਿਗੁਰੂ ਜੀ ਦੇ ਉਸ ਸਰੂਪ ਨੂੰ ਵਰਣਨ ਕੀਤਾ ਹੈ। ਤੋ ਇੱਥੇ ਸਤਿਗੁਰੂ ਜੀ ਉੱਥੇ ਸਰੂਪ ਵਰਣਨ ਕਰਦੇ ਹੋਏ ਉਸ ਵਾਹਿਗੁਰੂ ਦੀ ਗੱਲ ਕਰਦੇ ਨੇ ਵੀ ਹੇ ਭਾਈ, ਇਹ ਜਗਤ ਖਿਲਾਰਾ ਪਰਮਾਤਮਾ ਦਾ ਹੀ ਅਨੇਕਾਂ ਰੂਪ ਹਨ, ਇੱਕ ਓਂਕਾਰ ਦਾ ਰੂਪ ਹੈ। ਸਭ ਜੀਵਾਂ ਵਿੱਚ ਇੱਕ ਰਸ ਲਗਾਤਾਰ, ਉਹ ਪਰਮਾਤਮਾ ਵਿਆਪਕ ਹੈ, ਓਂਕਾਰ ਹੈ। ਆਪ ਹੀ ਪ੍ਰਭੂ ਦਾ ਸਾਰਾ ਜਗਤ ਵੰਜ ਵਿਹਾਰ ਪਰਮੇਸ਼ਰ ਆਪ ਕਰ ਰਿਹਾ ਹੈ, ਪਰ ਇਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਨਿਰਲੇਪ ਹੈ।
ਕੁਝ ਵਿਦਵਾਨਾਂ ਨੇ, ਜਦੋਂ ਮੈਂ ਇਹਦੀ ਦੇਖ ਰਿਹਾ ਸੀ, ਤਾਂ ਕੁਝ ਵਿਦਵਾਨਾਂ ਨੇ ਇਸ ਤਰ੍ਹਾਂ ਵੀ ਇਹਨੂੰ ਕੁਛ ਬਣਾਇਆ ਹੈ ਅਰਥ ਭਾਵ, ਵੀ ਜਿਹੜਾ ਊੜਾ ਹੈ ਉਹ ਪਹਿਲਾ ਲਫ਼ਜ਼ ਲਿਖਿਆ, ਗਿਣਤੀ ਦਾ 3 ਲਿਖਿਆ, ਵੀ 3। ਕੁਝ ਵਿਦਵਾਨਾਂ ਦੇ ਅਰਥ ਕਰਨ ਲੱਗਿਆ, ਮੈਂ ਇਹ ਵੀ ਅਰਥ ਪੜ੍ਹੇ ਨੂੰ ਆਪ ਜੀ ਨਾਲ ਸਾਂਝੇ ਕਰਦੇ ਹਾਂ, ਕਿਉਂਕਿ ਕਲਾਸ ਹੈ, ਇਹ ਆਮ ਦੂਸਰੇ ਅਸੀਂ ਸੰਗਤ 'ਚ ਇਹ ਗੱਲਾਂ ਸ਼ਾਇਦ ਨਾ ਕਰ ਸਕੀਏ, ਪਰ ਕਿਉਂਕਿ ਜਾਣਕਾਰੀ ਹਿੱਤ ਸਾਨੂੰ ਹਰ ਚੀਜ਼ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ। ਕਲਾਸਾਂ ਦਾ ਇਹੋ ਹੀ ਫਰਕ ਹੁੰਦਾ ਹੈ, ਜਿੱਥੇ ਅਸੀਂ ਹਰ ਗੱਲ ਦੀ ਜਾਣਕਾਰੀ ਇੱਕ ਦੂਜੇ ਨਾਲ ਸਾਂਝੀ ਕਰ ਸਕਦੇ ਹਾਂ। ਉਹਨਾਂ ਇਹ ਲਫ਼ਜ਼ ਲਿਖਿਆ, ਪਹਿਲਾਂ 3, ਤੀਜਾ 3 ਇਸ ਤਰ੍ਹਾਂ ਪਾਇਆ। ਕਹਿੰਦਾ ਇਹ 3 ਕੀ ਹੈ? ਗੁਰੂ ਸਾਹਿਬ ਜੀ ਨੇ ਪਹਿਲਾਂ 3 ਕਿਉਂ ਲਿਖਿਆ? ਕਹਿੰਦੇ ਅਸਲ 'ਚ ਓਂਕਾਰ ਲਫ਼ਜ਼ ਜਦੋਂ ਬਣਿਆ, ਓਂਗ ਲਫ਼ਜ਼ ਜਿਹੜਾ ਬਣਿਆ ਉਹ ਪਹਿਲਾਂ 3 ਤੋਂ ਬਣਿਆ, ਵੀ 3 ਪਹਿਲਾਂ ਦੇਵਤੇ ਮੰਨੇ ਜਾਂਦੇ ਸੀ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼। 3 ਸੰਸਾਰ ਵਿੱਚ ਆਮ ਵੱਡੇ ਦੇਵਤੇ ਮੰਨੇ ਜਾਂਦੇ ਸਨ। ਤੇ ਗੁਰੂ ਸਾਹਿਬ ਜੀ ਨੇ ਜਦੋਂ ਜ਼ਿਕਰ ਕੀਤਾ ਪਰਮੇਸ਼ਰ ਦੇ ਸਰੂਪ ਦਾ, ਉਹ ਕਹਿੰਦੇ ਨਹੀਂ, ਇਹ 3 ਤਾਂ ਉਹਦੇ ਬਣਾਏ ਹੋਏ ਹਨ, ਉਹ ਇੱਕੋ ਹੀ ਹੈ, 3 ਨਹੀਂ ਹਨ। ਤੋ ਇਹ 3 ਉਹਦੀ ਹਸਤੀ ਦੇ ਵਿੱਚ ਤਿੰਨੇ ਆ ਜਾਂਦੇ ਨੇ, ਭਾਵ 3 ਵੀ ਉਹਦੀ ਰਚਨਾ ਦਾ ਇੱਕ ਅੰਗ ਹਨ, 3 ਉਹਦੇ ਹਿੱਸੇ ਹਨ। ਇਸ ਢੰਗ ਦੇ ਨਾਲ ਵੀ ਇਹਦੇ ਅਰਥ ਬਹੁਤ ਜਿਹੜੇ ਹਨ ਕੁਝ ਵਿਦਵਾਨਾਂ ਨੇ ਕੀਤੇ ਹਨ ਇੱਕ ਓਂਕਾਰ ਦੇ। ਪਰ ਜੋ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਵਿੱਚ ਕੀਤੇ ਹਨ, ਉਹ ਅਰਥ ਬੜੇ ਕਮਾਲ ਦੇ ਹਨ, ਔਰ ਉਹਨਾਂ ਅਰਥਾਂ ਤੋਂ ਹੀ ਸਾਰੀ ਸੇਧ ਜਿਹੜੀ ਹੈ ਉਹ ਸਾਨੂੰ ਲੈਣੀ ਬਣਦੀ ਹੈ। ਤੋ ਜਿਹੜੇ ਪ੍ਰੋਫੈਸਰ ਹਰਬੰਸ ਸਿੰਘ ਜੀ ਅਰਥ ਕਰਦੇ ਨੇ, ਉਹਦੇ ਵਿੱਚ ਉਹਦੇ ਉਚਾਰਨ ਨੂੰ ਏਕ ਲਫ਼ਜ਼ ਲਿਖਦੇ ਨੇ, ਵੀ ਇਹਦਾ ਉਚਾਰਨ ਇੱਕ ਨਹੀਂ, ਏਕ ਕਰਨਾ ਚਾਹੀਦਾ ਹੈ। ਕਿਉਂਕਿ ਗੁਰਬਾਣੀ ਦੀਆਂ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਨੇ ਵੀ ਗੁਰਬਾਣੀ 'ਚ ਏਕ ਓਂਕਾਰ ਕਰਕੇ ਇਸ ਤਰ੍ਹਾਂ ਲਿਖਿਆ ਗਿਆ, ਪਰ ਕਿਉਂ ਅੱਜ ਦੀ ਬੋਲੀ ਵਿੱਚ ਅਸੀਂ ਇਹਨੂੰ ਇੱਕ ਹੀ ਬੋਲਦੇ ਹਾਂ, ਏਕ ਨਹੀਂ ਬੋਲਦੇ। ਏਕ ਲਫ਼ਜ਼ ਹਿੰਦੀ 'ਚ ਬੋਲਿਆ ਜਾਂਦਾ, ਇਸ ਪੰਜਾਬੀ ਦੇ ਵਿੱਚ ਅਸੀਂ ਇਹਨੂੰ ਇੱਕ ਬੋਲਦੇ ਹਾਂ। ਇਸ ਕਰਕੇ ਮੇਰੇ ਆਪਣੀ ਸੋਚ ਮੁਤਾਬਕ ਇਹਦਾ ਉਚਾਰਨ ਜਿਹੜਾ ਹੈ ਇੱਕ ਓਂਕਾਰ ਹੀ ਹੋਏਗਾ, ਜੋ ਮੇਰੀ ਸਮਝ ਮੁਤਾਬਕ ਹੈ। ਮੈਂ ਫਿਰ ਬੇਨਤੀ ਕਰਦਿਆਂ, ਮੈਂ ਕਦੀ ਨਿਰਣਾ ਕਰਨ ਵਾਲਾ ਨਹੀਂ, ਪਰ ਜੋ ਮੈਨੂੰ ਸਮਝ ਆਇਆ ਅੱਜ ਤੱਕ ਮੈਂ ਉਹ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ ਹਾਂ ਕਿ ਇਹਦਾ ਉਚਾਰਨ ਜਿਹੜਾ ਹੈ ਇਹ ਇੱਕ ਓਂਕਾਰ ਕਰਕੇ, ਇਸ ਤਰ੍ਹਾਂ ਇੱਕ ਓਂਕਾਰ ਕਰਕੇ ਹੋਣਾ ਹੈ। ਉਹਨਾਂ ਨੇ ਜਿਹੜੀਆਂ ਉਦਾਹਰਨਾਂ ਦਿੱਤੀਆਂ ਹਨ ਉਹ ਹੈ ਏਕ ਓਂਕਾਰ, ਏਕਾ ਏਕੰਕਾਰ ਲਿਖ ਦਿਖਾ ਲਿਆ, ਫਿਰ ਊੜਾ ਓਂਕਾਰ ਪਾਸ ਬਹਾਲਿਆ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਏਕ ਓਂਕਾਰ ਤੋਂ ਵਿਥਾਰ ਕੋ ਨਾ ਪਾਰਾਵਾਰ ਵੀ ਲਿਖਿਆ, ਏਕ ਈੜੀ ਨੂੰ ਲਾਂ ਦੇ ਨਾਲ ਲਿਖਿਆ। ਸ਼ਬਦ ਸੁਰਤ ਸਾਧ ਸੰਗਤ ਸਮਾਵੇ ਕਵਿਤਾ ਉਹਨਾਂ ਦਾ 185 ਨੰਬਰ 195 ਨੰਬਰ ਕਵਿਤਾ ਹੈ, ਉਹਦੇ ਵਿੱਚ ਵੀ ਉਹਨਾਂ ਨੇ ਇਹਦੇ ਸਰੂਪ ਨੂੰ ਇਸ ਤਰ੍ਹਾਂ ਹੀ ਬਿਆਨ ਕੀਤਾ। ਉਹਨਾਂ ਨੇ ਜੋ ਇੱਕ ਓਂਕਾਰ ਦਾ ਜਿਹੜਾ ਉਲੇਖ ਕੀਤਾ ਹੈ, ਕਹਿੰਦੇ ਨੇ ਪ੍ਰੋਫੈਸਰ ਹਰਬੰਸ ਸਿੰਘ ਜੀ ਉਦਾਹਰਨ ਦਿੰਦੇ ਨੇ ਵੀ ਉਹਨਾਂ ਦੀ ਲਿਖ ਮੁਤਾਬਕ ਇਹ ਸਹੀ ਉਚਾਰਨ ਦਾ ਸੰਕੇਤ ਦਿੰਦਾ ਹੈ। ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ। ਤੋ ਇੱਥੇ ਏਕਮ ਲਫ਼ਜ਼ ਲਿਖਿਆ ਹੈ, ਤੇ ਇਸ ਇੱਕ ਨੂੰ ਗਿਣਤੀ ਵਾਲਾ ਕਹਿੰਦੇ ਨੇ ਅੱਖਰ ਨਹੀਂ ਮੰਨਣਾ ਚਾਹੀਦਾ, ਇਹ ਨਿਰਾਲਾ ਹੈ। ਉਹਨਾਂ ਨੇ ਜੋ ਲਿਖਿਆ ਵੀ ਇਹ ਤਾਂ ਸ਼ਬਦ ਹੈ ਵਾਹਿਗੁਰੂ ਦਾ ਅਗੰਤ, ਇਹ ਅੱਖਰਾਂ ਦੁਆਰਾ ਉਸਦੀ ਗਿਣਤੀ ਹੋ ਹੀ ਨਹੀਂ ਸਕਦੀ। ਗੰਤ ਗਨਾਵੇ ਅੱਖਰੀ, ਅਗੰਤ ਸਾਚਾ ਸੋਏ। ਉਹਨਾਂ ਨੇ ਜੋ ਉਦਾਹਰਨਾਂ ਦਿੱਤੀਆਂ ਨੇ ਮੈਂ ਆਪ ਜੀ ਦੇ ਨਾਲ ਜ਼ਿਕਰ ਕਰ ਰਿਹਾ, ਇਹ ਆਪਣੇ ਪੰਨਾ 934 ਤੇ ਇਸ ਜਿਹੜਾ ਬਾਣੀ ਓਂਕਾਰ ਦੇ ਉੱਤੇ ਇਹ ਵਿੱਚ ਪੰਕਤੀ ਆਈ ਸੀ, ਗੰਤ ਗਨਾਵੇ ਅੱਖਰੀ, ਅਗੰਤ ਸਾਚਾ ਸੋਏ। ਇਹ ਉਦਾਹਰਨ ਦੇ ਕੇ ਉਹਨਾਂ ਨੇ ਫਿਰ ਲਿਖਿਆ ਵੀ ਇਹਦਾ ਉਚਾਰਨ ਜਿਹੜਾ ਹੈ ਜੇ ਏਕ ਕਰਕੇ ਕਰਨਾ ਚਾਹੀਦਾ, ਏਕ ਓਂਕਾਰ। ਪਰ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਹਨ, ਤੋ ਇਹਦਾ ਉਚਾਰਨ ਜਿਹੜਾ ਹੈ ਇੱਕ ਓਂਕਾਰ ਹੈ, ਜੋ ਸ਼ਬਦ ਹੈ ਇੱਕ, ਜਿਹਦੇ ਵਰਗੀ ਹੋਰ ਹਸਤੀ ਕੋਈ ਨਹੀਂ, ਜਿਹਦੇ ਵਰਗਾ ਹੋਰ ਕੋਈ ਨਹੀਂ। ਤੋ ਓਂਕਾਰ ਦੇ ਜਿਹੜੇ ਕੁਝ ਟੀਕਾਕਾਰ ਨੇ, ਉਹਨਾਂ ਨੇ ਵੀ ਇਹਦੇ ਅਰਥਾਂ ਦੇ ਵਿੱਚ ਇੱਧਰ ਉੱਧਰ ਅਰਥ ਕੀਤੇ ਹਨ, ਪਰ ਮੈਂ ਸਿਰਫ ਆਪ ਜੀ ਦੇ ਨਾਲ ਇਹ ਵੀ ਬੇਨਤੀ ਕਰਦੇ ਹਾਂ ਵੀ ਜੋ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦਰਪਣ ਦੇ ਵਿੱਚ ਕੀਤੇ ਹੋਏ ਹਨ, ਉਹ ਅਰਥ ਹੀ ਮੁਕੰਮਲ ਅਰਥ ਜਿਹੜੇ ਹਨ ਉਹ ਜਾਪਦੇ ਹਨ ਜਾਂ ਸਮਝ ਆਉਂਦੀ ਹੈ। ਇਸ ਵਾਸਤੇ ਸਾਨੂੰ ਹੋਰ ਇੱਧਰ ਉੱਧਰ ਨਹੀਂ ਦੇਖਣਾ ਚਾਹੀਦਾ, ਤਾਂ ਕਿ ਅਸੀਂ ਇਹ ਆਪਣੇ ਅਰਥਾਂ ਤੋਂ ਇੱਧਰ ਉੱਧਰ ਨਾ ਭਟਕ ਜਾਈਏ। ਇਸ ਕਰਕੇ ਸਾਨੂੰ ਉਹਦਾ ਖਿਆਲ ਜਿਹੜਾ ਹੈ ਉਹ ਰੱਖਣ ਦੀ ਲੋੜ ਹੈ। ਤੋ ਅੱਗੇ ਹੈ ਲਫ਼ਜ਼ ਸਤਨਾਮ। ਸਤ, ਸਤ ਦਾ ਅਰਥ ਹੈ ਜਿਸ ਦਾ ਨਾਮ ਸਤ ਹੈ, ਭਾਵ ਲਫ਼ਜ਼ ਸਤ ਇਹ ਵੀ ਸੰਸਕ੍ਰਿਤ ਦੇ ਸਰੂਪ ਸਤਿਆ ਤੋਂ ਬਣਿਆ ਹੈ। ਇਹ ਸਤਿਆ ਲਫ਼ਜ਼ ਹੈ, ਸੰਸਕ੍ਰਿਤ ਦਾ ਇੱਕ ਸਰੂਪ ਹੈ, ਉਹਦੇ ਸ਼ਬਦ ਹੈ ਸਤਿਆ, ਜਿਸ ਦਾ ਅਰਥ ਹੈ ਹੋਂਦ ਵਾਲਾ। ਤੋ ਇਸ ਸਤ ਦਾ ਅਰਥ ਹੈ
ਹੋਣਾ, ਹੋਂਦ ਵਾਲਾ। ਸੋ ਸਤਨਾਮ ਦਾ ਅਰਥ ਹੈ ਉਹ ਇੱਕ ਓੰਕਾਰ ਜਿਸ ਦਾ ਨਾਮ ਹੋਂਦ ਵਾਲਾ ਹੈ, ਜਿਹਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਦਾ ਨਾਮ ਕਦੀ ਖਤਮ ਹੋਣ ਵਾਲਾ ਨਹੀਂ ਹੈ। ਤੋ ਇਹ ਜਿਹੜਾ ਇੱਕ ਓੰਕਾਰ ਦੀ ਗੱਲ ਕੀਤੀ ਹੈ, ਇਹ ਇਸ ਦਾ ਸਰੂਪ ਜਿਹੜਾ ਵਰਣਨ ਕੀਤਾ ਭਾਈ ਗੁਰਦਾਸ ਜੀ ਨੇ 39ਵੀਂ ਵਾਰ ਦੇ ਵਿੱਚ ਵੀ ਵਰਣਨ ਕੀਤਾ ਹੈ। ਉਹਦੀ ਪਹਿਲੀ ਪੌੜੀ ਜਦੋਂ ਸਰੂਪ ਦੀ ਗੱਲ ਕਰਦੇ ਨੇ, ਕਹਿੰਦੇ ਨੇ ਏਕੰਕਾਰ ਇਕਾਂਗ ਲਿਖ ਊੜਾ ਓੰਕਾਰ ਲਿਖਾਇਆ, ਸਤਨਾਮ ਕਰਤਾ ਪੁਰਖ ਨਿਰਭਉ ਹੋਏ ਨਿਰਵੈਰ ਸਦਾਇਆ, ਅਕਾਲ ਮੂਰਤ ਪ੍ਰਤੱਖ ਹੋਏ ਨਾਉ ਅਜੋਨੀ ਸਹਿਬੰਗ ਭਾਇਆ, ਹੈ ਵੀ ਹੋਸੀ ਸੱਚ ਨਾਉ ਸੱਚ ਦਰਸ਼ਨ ਸਤਿਗੁਰੂ ਦਿਖਾਇਆ, ਸ਼ਬਦ ਸਮੰਤ ਨਿਵਲੀਨ ਹੋਏ ਗੁਰ ਚੇਲਾ ਪਰਚਾ ਪਰਚਾਇਆ, ਗੁਰ ਚੇਲਾ ਰਹਿਰਾਸ ਕਰ ਵੀ 21 ਚੜਾਉ ਚੜਾਇਆ, ਗੁਰਮੁਖ ਸੁਖ ਫਲ ਅਲਖ ਲਿਖਾਇਆ। ਇਹ ਭਾਈ ਗੁਰਦਾਸ ਜੀ ਦੀ 39ਵੀਂ ਵਾਰ ਦੇ ਵਿੱਚ ਉਹਨਾਂ ਨੇ ਇਹ ਜਪਜੀ ਦੀ ਜੋ ਪਹਿਲਾ ਮੂਲ ਮੰਤਰ ਹੈ ਔਰ ਉਸ ਤੋਂ ਬਾਅਦ ਪਹਿਲਾ ਸ਼ਲੋਕ ਹੈ, ਉਹਦੀ ਸਾਰੀ ਵਿਆਖਿਆ ਜਿਹੜੀ ਹੈ ਉਹਦੇ ਚ ਕੀਤੀ ਹੈ। ਤੇ ਉਹਦੇ ਚ ਇਹਦੇ ਅਰਥ ਵੀ ਜਿਹੜੇ ਹਨ ਉਹ ਸਤਨਾਮ ਦੇ ਸਦਾ ਹੋਂਦ ਵਾਲੇ ਹੀ ਕੀਤੇ ਹਨ। ਤੋ ਸਤਨਾਮ ਦਾ ਅਰਥ ਹੈ ਉਹ ਹਸਤੀ, ਉਹ ਓੰਕਾਰ ਜੋ ਇੱਕ ਹੈ ਔਰ ਜੋ ਸਦਾ ਹੀ ਕਾਇਮ ਰਹਿਣ ਵਾਲਾ ਹੈ। ਤੋ ਸਤਨਾਮ ਦੇ ਅਰਥ ਜਿਹੜੇ ਹਨ ਉਹ ਜੇ ਅਸੀਂ ਹੋਰ ਥੋੜੀ ਜਿਹੀ ਇਹਨੂੰ ਡੀਪਲੀ ਜਾਈਏ ਤੇ ਇਹ ਇਸ ਸਦਾ ਕਾਇਮ ਰਹਿਣ ਵਾਲੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹਦੇ ਅਰਥ ਵੀ ਬੜੇ ਅਚਰਜ ਹਨ। ਵਾਹ ਵਾਹ ਵਾਹ, ਬਸ ਜਦੋਂ ਉਹਦੀ ਹਸਤੀ ਬਾਰੇ ਅਸੀਂ ਗੱਲ ਸੋਚਦੇ ਹਾਂ ਤਾਂ ਜ਼ਬਾਨ ਤੋਂ ਵਾਹ ਲਫ਼ਜ਼ ਨਿਕਲਦਾ ਹੈ। ਵਾਹ ਬਈ ਵਾਹ, ਵਾਹਿਗੁਰੂ ਸਦਾ ਕਾਇਮ ਰਹਿਣ ਵਾਲਾ ਹੈ, ਕਮਾਲ ਹੈ। ਉਹਦੀ ਹਸਤੀ ਦੇ ਜਦੋਂ ਦੇ ਗੁਣਾਂ ਨੂੰ ਅਸੀਂ ਵਰਣਨ ਕਰਦੇ ਹਾਂ ਤਾਂ ਇਹ ਸਾਡੀ ਜ਼ਬਾਨ ਤੋਂ ਸ਼ਬਦ ਜਿਹੜੇ ਨੇ ਆਪਣੇ ਆਪ ਹੀ ਆ ਜਾਂਦੇ ਹਨ। ਤੋ ਇਹ ਜਿਹੜਾ ਸਤਨਾਮ ਹੈ, ਇਹ ਗੱਲ ਅਸੀਂ ਮੰਨ ਲੈਣੀ ਚਾਹੀਦੀ ਹੈ ਸਾਨੂੰ ਵੀ ਉਹ ਪਰਮੇਸ਼ਰ ਸਦਾ ਹੀ ਇੱਕ ਓੰਕਾਰ, ਉਹ ਇੱਕ ਓੰਕਾਰ ਜੋ ਇੱਕ ਰਸ ਵਿਆਪਕ ਹੈ ਔਰ ਜੋ ਜਿਹਦਾ ਨਾਮ ਸਦਾ ਹੀ ਹੋਂਦ ਵਾਲਾ ਹੈ, ਭਾਵ ਜੋ ਕਦੀ ਖਤਮ ਨਹੀਂ ਹੁੰਦਾ, ਉਹ ਓੰਕਾਰ ਹੈ, ਉਹ ਇੱਕ ਓੰਕਾਰ ਹੈ। ਅੱਗੇ ਪੁਰਖ, ਫਿਰ ਕਰਤਾ ਤੇ ਪੁਰਖ ਦੋ ਲਫ਼ਜ਼ ਅੱਗੇ ਆਉਂਦੇ ਨੇ, ਪਰ ਅਸੀਂ ਪਹਿਲਾਂ ਪੁਰਖ ਦੀ ਗੱਲ ਕਰੀਏ ਤੇ ਪੁਰਖ ਦੇ ਜਿਹੜੇ ਅਰਥ ਭਾਵ ਨੇ ਉਹ ਹੈ ਜੋ ਸਰੀਰ ਦੇ ਵਿੱਚ ਲੇਟਿਆ ਹੋਇਆ ਹੈ। ਜਿਹੜੇ ਸੰਸਕ੍ਰਿਤ ਦੇ ਵਿੱਚ ਇਹਦੇ ਅਰਥ ਕੀਤੇ ਗਏ, ਸੰਸਕ੍ਰਿਤ ਵਿੱਚ ਆਮ ਪ੍ਰਚਲਿਤ ਅਰਥ ਹੈ ਮਨੁੱਖ। ਇਹ ਭਗਵਤ ਗੀਤਾ ਵਿੱਚ ਵੀ ਪੁਰਖ ਆਤਮਾ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੁਰਖ ਦਾ ਜੋ ਅਰਥ ਹੈ ਉਹ ਓੰਕਾਰ ਜੋ ਜਗਤ ਵਿੱਚ ਵਿਆਪਕ ਹੈ। ਪੁਰਖ ਦਾ ਅਰਥ ਹੈ ਉਹ ਓੰਕਾਰ ਜੋ ਜਗਤ ਵਿੱਚ ਵਿਆਪਕ ਹੈ, ਉਹ ਆਤਮਾ ਜੋ ਸਾਰੀ ਸ੍ਰਿਸ਼ਟੀ ਵਿੱਚ ਰਮ ਰਿਹਾ ਹੈ। ਉਹ ਕਰਤਾ ਹੈ, ਜਗਤ ਦਾ ਰਚਣ ਵਾਲਾ ਹੈ, ਜਗਤ ਨੂੰ ਬਣਾਉਣ ਵਾਲਾ ਹੈ। ਹੁਣ ਇੱਥੇ ਉਹ ਹਸਤੀ ਦੇ ਖਤਮ ਕਰ ਦਿੱਤਾ ਵੀ ਜਗਤ ਨੂੰ ਬਣਾਉਣ ਵਾਲੀ ਕੋਈ ਹੋਰ ਹਸਤੀ ਹੈ, ਜਗਤ ਨੂੰ ਰਿਜ਼ਕ ਦੇਣ ਵਾਲੀ ਕੋਈ ਹੋਰ ਹਸਤੀ ਹੈ, ਜਗਤ ਨੂੰ ਮਾਰਨ ਵਾਲੀ ਕੋਈ ਹੋਰ ਹਸਤੀ ਹੈ। ਗੁਰੂ ਸਾਹਿਬ ਜੀ ਨੇ ਇਹ ਭੁਲੇਖਾ ਸਾਡੇ ਅੰਦਰੋਂ ਕੱਢ ਦਿੱਤਾ। ਉਹ ਕਰਤਾ ਹੈ। ਇਹ ਅਸੀਂ ਬਾਣੀ 'ਚ ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਉੱਥੇ ਵੀ ਲਫ਼ਜ਼ ਆਉਂਦਾ ਕਰਤਾ, ਬਣਾਉਣ ਵਾਲਾ ਹੈ। ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਮੇਰਾ ਮਾਲਕ ਹੈ, ਤੂੰ ਮੇਰਾ ਮਾਲਕ ਹੈ। ਉਹ ਇਹ ਕਰਤਾ ਜੋ ਰਚਨਹਾਰ ਹੈ ਔਰ ਰਚ ਕੇ ਕਿਤੇ ਗਿਆ ਨਹੀਂ, ਆਪ ਕਿਤੇ ਗਿਆ ਨਹੀਂ। ਉਹ ਤਾਂ ਕਰ ਆਸਣ ਡਿੱਠੋ ਚਾਉ ਹੈ, ਉਹਨੇ ਆਪਣਾ ਆਸਣ ਲਾ ਕੇ ਉਹ ਦੇਖ ਰਿਹਾ ਹੈ। ਕਰ ਆਸਣ ਡਿੱਠੋ ਚਾਉ ਦੀ ਉਸ ਵਾਹਿਗੁਰੂ ਦਾ ਜਿਹੜਾ ਇਹ ਪੁਰਖ ਨੂੰ ਬਿਆਨ ਕਰਦਾ ਹੈ ਵੀ ਉਹਨੇ ਆਪੇ ਹੀ ਰਚਿਆ, ਫਿਰ ਕੁਦਰਤ ਸਾਜੀ, ਦੂਜੇ ਨੰਬਰ ਤੇ ਕੁਦਰਤ ਸਾਜੀ। ਪਹਿਲਾਂ ਕਾਦਰ ਸੀ, ਕਾਦਰ ਨੇ ਫਿਰ ਕੁਦਰਤ ਸਾਜੀ, ਦੂਈ ਕੁਦਰਤ ਸਾਜੀ ਹੈ। ਫਿਰ ਕੀ ਹੈ? ਕਰ ਆਸਣ ਡਿੱਠੋ ਚਾਓ, ਪਰ ਤੂੰ ਛੱਡ ਕੇ ਨਹੀਂ ਗਿਆ, ਕੁਦਰਤ ਸਾਜ ਕੇ ਚਲਾ ਨਹੀਂ ਗਿਆ। ਪੁਰਖ ਹੈ, ਵਿਆਪਕ ਹੈ ਸਾਰਿਆਂ ਦੇ ਵਿੱਚ, ਰਚਿਆ ਜਗਤ ਨੂੰ ਤੇ ਜਗਤ ਦੀ ਰਚਨਾ ਕਰਕੇ ਤੂੰ ਸਾਰਿਆਂ ਦੇ ਵਿੱਚ ਵਿਆਪਕ ਵੀ ਆਪ ਹੈ। ਤੋ ਉਹ ਓੰਕਾਰ ਜੋ ਸਾਰੇ ਜਗਤ ਵਿੱਚ ਰਚਨਹਾਰਾ ਹੈ ਔਰ ਸਾਰੇ ਜਗਤ ਵਿੱਚ ਵਿਆਪਕ ਹੈ, ਉਹ ਆਤਮਾ ਜੋ ਸਾਰੀ ਸ੍ਰਿਸ਼ਟੀ ਵਿੱਚ ਰਮ ਰਹੀ ਹੈ। ਮਨੁੱਖ ਅਤੇ ਆਤਮਾ ਅਰਥ ਦੇ ਅਰਥ ਵਿੱਚ ਵੀ ਇਹ ਸ਼ਬਦ ਕਈ ਥਾਂ
ਆਇਆ ਹੈ। ਪਰ ਚਲੋ ਅਸੀਂ ਸਿਰਫ ਸੰਖੇਪ ਇਹਨੂੰ ਵਿਚਾਰ ਕਰੀਏ ਵੀ ਉਹ ਹਸਤੀ, ਉਹ ਪੁਰਖ ਜਿਹੜਾ ਸਾਰੀ ਦੁਨੀਆ ਦੇ ਵਿੱਚ ਵਸਿਆ ਹੋਇਆ ਵੀ ਹੈ। ਇੱਕ ਰਸ ਵਿਆਪਕ ਹੈ, ਇੱਕ ਰਸ ਲਗਾਤਾਰ ਕਾਇਮ ਰਹਿਣ ਵਾਲਾ ਹੈ। ਉਹ ਸਤ ਹੈ, ਇੱਕ ਹੈ, ਓੰਗ ਹੈ, ਕਾਰ ਹੈ। ਉਹ ਸਤ ਉਹਦਾ ਨਾਮ ਹੋਂਦ ਵਾਲਾ ਹੈ। ਆਮ ਤੌਰ ਤੇ ਜਿਹੜੇ ਨਾਮ ਅਸੀਂ ਲੈਂਦੇ ਹਾਂ, ਮੈਂ ਇੱਕ ਛੋਟੀ ਜਿਹੀ ਹੋਰ ਬੇਨਤੀ ਕਰਦੇ ਹਾਂ ਵੀ ਸੰਸਾਰ ਦੇ ਵਿੱਚ ਅਸੀਂ ਹਰ ਬੰਦੇ ਦਾ ਨਾਮ ਸੁਣਦੇ ਹਾਂ, ਨਾਮ ਰੱਖਦੇ ਹਾਂ, ਪਰ ਜ਼ਰੂਰੀ ਨਹੀਂ ਹੈ ਕਿ ਉਹਦੇ ਨਾਮ ਮੁਤਾਬਕ ਉਹਦੇ ਅੰਦਰ ਉਹ ਗੁਣ ਵੀ ਹੋਣ। ਜਿਵੇਂ ਇੱਕ ਬੰਦਾ ਦਾ ਨਾਂ ਸ਼ੇਰ ਸਿੰਘ ਹੈ ਤੇ ਉਹ ਚੂਹੇ ਨੂੰ ਦੇਖ ਕੇ ਡਰ ਜਾਂਦਾ, ਕਾਗਰ ਦੇਖ ਕੇ ਡਰ ਜਾਂਦਾ। ਸ਼ੇਰ ਸਿੰਘ ਤਾਂ ਸ਼ੇਰ ਹੁੰਦਾ ਤਾਂ ਨਾ ਡਰਦਾ, ਨਾ ਸ਼ੇਰ ਸਿੰਘ ਹੈ, ਪਰ ਅਸਲ 'ਚ ਉਹਦੇ ਗੁਣ ਤਾਂ ਚੂਹਿਆਂ ਵਾਲੇ ਵੀ ਨਹੀਂ ਹਨ। ਸੰਸਾਰ ਦੇ ਵਿੱਚ ਅਸੀਂ ਹੋਰ ਵੀ ਏਦਾਂ ਦੇ ਕਈ ਨਾਂ ਦਿਖਦੇ। ਬਹਾਦਰ ਸਿੰਘ, ਅਸੀਂ ਨਾਂ ਸਮਝ ਲਈਏ ਬਹਾਦਰ ਸਿੰਘ ਹੈ, ਤੇ ਉਹ ਹੈ ਬਹਾਦਰ ਦਾ ਅਰਥ ਸੂਰਮਾ ਹੁੰਦਾ, ਪਰ ਹੈ ਉਹ ਡਰਪੋਕ ਕਾਇਰ ਹੈ। ਉਹ ਤਾਂ ਸ਼ਸਤਰ ਦੇਖ ਕੇ ਡਰ ਜਾਂਦਾ। ਕਈਆਂ ਦੇ, ਮਾਫ ਕਰਨਾ ਮੈਂ ਨਾ ਇਹ ਨਹੀਂ ਵੀ ਕਿਸੇ ਦਾ ਖਾਸ ਨਾਮ ਲੈ ਰਿਹਾ, ਇੱਕ ਉਦਾਹਰਨ ਦੇ ਰਿਹਾ। ਇੱਕ ਹੈ ਨਾਮ ਹੈ ਅਮੀਰ ਸਿੰਘ, ਤੇ ਵਿਚਾਰਾ ਸਾਰੀ ਜ਼ਿੰਦਗੀ ਪੇਟ ਭਰਨ ਦੇ ਲਈ ਵੀ ਤਰਲੇ ਕਰਦਾ, ਤੇ ਨਾਮ ਤਾਂ ਅਮੀਰ ਸਿੰਘ ਹੈ। ਇਹਦਾ ਮਤਲਬ ਸਾਡੇ ਸੰਸਾਰ ਦੇ ਵਿੱਚ ਨਾਮ ਹਨ, ਪਰ ਨਾਮ ਵਾਲੇ ਗੁਣ ਜਿਹੜੇ ਨਹੀਂ ਹਨ। ਪਰ ਪਰਮੇਸ਼ਰ ਦੇ ਜਿਹੜੇ ਨਾਮ ਹਨ, ਜਿਹੜੀ ਇਹਦੇ ਤੋਂ ਗੱਲ ਜਿਹੜੀ ਸਮਝ ਆਉਂਦੀ ਹੈ, ਸਤਨਾਮ ਕਿਉਂ ਕਿਹਾ ਕਿ ਉਹਦਾ ਨਾਮ ਸਦਾ ਹਸਤੀ, ਸਦਾ ਉਹ ਜਿਹੜੇ ਗੁਣ ਹਨ ਉਹਦੇ, ਉਹ ਸੜੇ, ਉਹਦਾ ਨਾਮ ਹੀ ਤਾਂ ਪਿਆ ਵੀ ਉਹਦੇ ਚ ਗੁਣ ਹਨ। ਇਹ ਸਾਡੇ ਗੁਣ ਸਾਡੇ ਵਰਗੇ ਨਹੀਂ ਹਨ, ਸੰਸਾਰ ਦੇ ਨਾਮਾਂ ਵਰਗਾ ਨਾਮ ਨਹੀਂ ਹੈ ਉਹਦਾ। ਉਹ ਸਦਾ ਹਸਤੀ ਕਾਇਮ ਰਹਿਣ ਵਾਲੀ ਨਾਮ ਹੈ, ਸਤਨਾਮ ਹੈ। ਤੋ ਸਤਨਾਮ ਦੀ ਗੱਲ ਜਿਹੜੀ ਗੁਰੂ ਸਾਹਿਬ ਜੀ ਨੇ ਸਾਨੂੰ ਇੱਥੇ ਕੀਤੀ ਹੈ, ਉਸ ਵਾਹਿਗੁਰੂ ਜੀ ਦੀ ਜੋ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ, ਤੇ ਉਹਦੇ ਗੁਣਾਂ ਨੂੰ ਅੱਗੇ ਬਿਆਨ ਕੀਤਾ ਵੀ ਉਹ ਕਿਹੋ ਜਿਹਾ ਹੈ, ਉਹ ਹਸਤੀ ਕਿਹੋ ਜਿਹੀ ਹੈ। ਇੱਕ ਤਾਂ ਹੈ, ਇੱਕ ਰਸ ਵਿਆਪਕ ਵੀ ਹੈ, ਤੇ ਫਿਰ ਉਹ ਬਾਕੀ ਉਹਦੇ ਗੁਣ ਕਿਹੜੇ ਨੇ? ਉਹ ਕਹਿੰਦੇ ਨੇ ਉਹ ਜਗਤ ਦਾ ਰਚਨਹਾਰ ਹੈ, ਉਹੀ ਸੰਸਾਰ ਨੂੰ ਬਣਾਉਣ ਵਾਲਾ ਹੈ, ਉਹਨੇ ਸੰਸਾਰ ਨੂੰ ਬਣਾਇਆ, ਉਹਨੇ ਸੰਸਾਰ ਦੇ ਅੰਦਰ ਜਗਤ ਦੀ ਰਚਨਾ ਕੀਤੀ ਹੈ। ਹੋਰ ਕੋਈ ਹਸਤੀ ਨਹੀਂ ਹੈ ਜਿਹੜੀ ਉਹਨੂੰ ਬਣਾ ਸਕਦੀ ਹੋਵੇ। ਬਸ ਇੱਕ ਤੂੰ ਹੀ ਹੈ, ਬਸ ਇੱਕ ਤੂੰ ਹੀ ਦੀ ਕਹਾਣੀ ਹੈ ਸਾਰੀ, ਜਿਹੜੀ ਗੱਲ ਸਾਨੂੰ ਸਮਝਣ ਦੀ ਲੋੜ ਹੈ ਵੀ ਇਹ ਵਾਹਿਗੁਰੂ ਆਪ ਕਰਤਾ ਹੈ, ਆਪ ਹੀ ਬਣਾਉਣ ਵਾਲਾ ਹੈ, ਤੇ ਆਪ ਉਹਦੇ ਵਿੱਚ ਪੂਰੀ ਤਰ੍ਹਾਂ ਰਮਿਆ ਹੋਇਆ ਵੀ ਹੈ। ਤੇ ਪੂਰੀ ਤਰ੍ਹਾਂ ਰਮਿਆ ਹੋਇਆ ਜਿਹੜਾ ਹੈ, ਉਹਦਾ ਨਾਂ ਹੈ ਪੁਰਖ। ਉਹ ਸਰਬ ਵਿਆਪਕ ਹੈ। ਜਿਵੇਂ ਪਾਣੀ ਤੋਂ ਲਹਿਰਾਂ ਉੱਠਣ ਤੇ ਪਾਣੀ ਦੇ ਲਹਿਰਾਂ ਫਿਰ ਉਹਦੇ 'ਚ ਸਮਾ ਜਾਂਦੀਆਂ ਨੇ, ਇਹ ਸੰਸਾਰ ਸਾਰੀਆਂ ਉਹਦੀਆਂ ਲਹਿਰਾਂ ਹਨ, ਪਰ ਉਹ ਇੱਕ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ, ਉਹਦਾ ਸੱਤ ਵਾਲੀ ਹੈ, ਹੋਂਦ ਵਾਲੀ ਹੈ। ਉਹ ਪਰਮੇਸ਼ਰ ਜਿਹੜਾ ਹੈ ਉਹ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ। ਤੋ ਕਰਤਾ ਪੁਰਖ ਜਿਹੜਾ ਹੈ, ਉਹ ਕਰਤਾ ਜਿਹੜਾ ਇਹੋ ਜਿਹਾ ਹੈ ਜਿਹੜਾ ਅਭੁੱਲ ਵੀ ਹੈ, ਉਹਨੂੰ ਗਲਤੀ ਵੀ ਨਹੀਂ ਲੱਗ ਸਕਦੀ। ਐਸਾ ਪੁਰਖ ਹੈ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ। ਜਿਹੜੀ ਇਹ ਮਨੌਤ ਸੀ ਵੀ ਸੰਸਾਰ ਨੂੰ ਬਣਾਉਣ ਵਾਲਾ ਕੋਈ ਹੋਰ ਹੈ, ਇਹ ਮਨੌਤ ਗੁਰੂ ਜੀ ਨੇ ਖਤਮ ਕਰ ਦਿੱਤੀ ਜਦੋਂ ਉਹਨੂੰ ਕਰਤਾ ਤੇ ਪੁਰਖ ਕਹਿ ਕੇ ਉਹਦੇ ਪਰਮੇਸ਼ਰ ਦੇ ਗੁਣਾਂ ਦੇ ਵਿੱਚ ਸਭ ਤੋਂ ਜਿਹੜਾ ਗੱਲਾਂ ਸੀ ਇਹ ਕਰ ਦਿੱਤੀਆਂ। ਤੋ ਇਹ ਸਤਿਗੁਰੂ ਜੀ ਗੌਂਡ ਰਾਗ ਦੇ ਵਿੱਚ ਵੀ ਇੱਕ ਸ਼ਬਦ ਆਉਂਦਾ ਹੈ ਜਿੱਥੇ ਕਹਿੰਦੇ ਨੇ ਸਭ ਕਰਤਾ ਸਭ ਭੁਗਤਾ, ਸੁਨਾਤੋ ਕਰਤਾ ਪੇਖਤ ਕਰਤਾ। ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਹੈ। ਕਹਿੰਦੇ ਨੇ ਸਭ ਕਰਤਾ ਸਭ ਭੁਗਤਾ, ਵਰਤਣ ਵਾਲਾ ਵੀ, ਕਰਤ ਖਾਣ ਵਾਲਾ ਵੀ, ਬਣਾਉਣ ਵਾਲਾ ਵੀ, ਸੁਣਤੋ ਕਰਤਾ ਸੁਣਨ ਵਾਲਾ ਵੀ, ਪੇਖਤ ਕਰਤਾ ਦੇਖਣ ਵਾਲਾ ਵੀ ਕਰਤਾ, ਕਿਉਂਕਿ ਉਹ ਸਭ 'ਚ ਵਿਆਪਕ ਹੈ, ਪੁਰਖ ਹੈ ਨਾ। ਅਦ੍ਰਿਸ਼ਟੋ ਕਰਤਾ, ਜਿਹੜਾ ਨਹੀਂ ਅਸੀਂ ਦੇਖ ਸਕਦੇ ਉੱਥੇ ਵੀ ਕਰਤਾ। ਫਿਰ ਦ੍ਰਿਸ਼ਟੋ ਕਰਤਾ, ਜਿਹੜਾ ਅਸੀਂ ਦੇਖ ਸਕਦੇ ਹਾਂ ਉੱਥੇ ਵੀ ਕਰਤਾ, ਪੁਰਖ ਹੈ। ਫਿਰ ਓਪਤ ਕਰਤਾ, ਪਰਲੋ ਕਰਤਾ। ਗੁਰੂ ਪਾਤਸ਼ਾਹ ਕਮਾਲ ਦਾ ਸ਼ਬਦ ਲਿਖਿਆ 862 ਅੰਕ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ। ਇਹ ਸ਼ਬਦ ਹੈ ਬਿਲਾਵਲ ਰਾਗ ਵਿੱਚ, ਗੌਂਡ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ। ਕਹਿੰਦੇ ਨੇ ਸਭ ਕਰਤਾ ਸਭ ਭੁਗਤਾ, ਇਹ ਰਹਾਉ ਦੀ ਪੰਕਤੀ ਹੈ। ਸੁਨਤੋ ਕਰਤਾ ਪੇਖਤ ਕਰਤਾ, ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ, ਓਪਤ ਕਰਤਾ ਪਰਲੋ ਕਰਤਾ, ਵਾਹ, ਵਿਆਪਤ ਕਰਤਾ ਦ੍ਰਿਸ਼ਟੋ ਕਰਤਾ। ਫਿਰ ਕਹਿੰਦੇ ਵਿਆਪਤ ਕਰਤਾ, ਅਲਿਪਤੋ ਕਰਤਾ, ਬਖਤੋ ਕਰਤਾ, ਬੂਝਤ ਕਰਤਾ,
आवत करता, जात भी करता, निर्गुण करता, सरगुण करता। फिर कहते गुर प्रसाद नानक समदृष्टा। गुर प्रसाद नानक समदृष्टा। ਇਹ ਸਾਰੀ ਗੁਰ ਪ੍ਰਸਾਦ ਦੀ ਗੱਲ ਇੱਥੇ ਵੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾ ਦਿੱਤੀ ਕਿ ਗੁਰ ਪ੍ਰਸਾਦ ਦੇ ਨਾਲ ਗੁਰੂ ਜੀ ਨੇ ਉਹ ਗੱਲ ਸਾਨੂੰ ਜਿਹੜੀ ਹੈ ਉਹ ਸਮਝਾ ਦਿੱਤੀ ਹੈ। ਤੋ ਇਹ ਸਾਨੂੰ ਉਹ ਪੁਰਖ ਦੀ ਜਿਹੜੀ ਕਹਾਣੀ ਹੈ ਉਹ ਸਮਝਣ ਦੇ ਲਈ ਇਹ ਜ਼ਰੂਰੀ ਹੈ ਕਿ ਇਹ ਸਮਝਣਾ ਪਵੇ ਵੀ ਉਹ ਕਰਤਾ ਵੀ ਹੈ। ਇਹ ਜਿਹੜਾ ਸ਼ਬਦ ਪੂਰੇ ਦਾ ਪੂਰਾ ਗੌਣ ਰਾਗ ਦਾ ਗੁਰੂ ਅਰਜਨ ਦੇਵ ਜੀ ਦਾ, ਇਹਨੂੰ ਹੋਰ ਆਪਾਂ ਸੰਖੇਪ ਜਦੋਂ ਸਮਝਦੇ ਹਾਂ, ਸਾਰੀ ਗੱਲ ਇਹਦੇ ਅਰਥ ਭਾਵ ਕਰਦੇ ਹਾਂ, ਤਾਂ ਪੂਰੀ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਵੀ ਉਹ ਪਰਮਾਤਮਾ ਜਿਹੜਾ ਹੈ ਰਚਨ ਵਾਲਾ ਹੈ, ਭੁਗਤਾ ਹੈ, ਇਹਦੇ ਵਿੱਚ ਵਿਚਰ ਰਿਹਾ ਹੈ, ਉਹ ਸੁਣ ਰਿਹਾ ਹੈ, ਫਿਰ ਉਹ ਦੇਖ ਰਿਹਾ ਹੈ, ਉਹ ਦ੍ਰਿਸ਼ਟਾ ਜਿੱਥੇ ਸਾਡੀ ਦ੍ਰਿਸ਼ਟੀ ਨਹੀਂ ਉੱਥੇ ਵੀ ਕਰਤਾ ਹੈ, ਫਿਰ ਜਿੱਥੇ ਜੋ ਅਸੀਂ ਵੇਖਦੇ ਹਾਂ ਉੱਥੇ ਵੀ ਕਰਤਾ ਹੈ, ਫਿਰ ਸੰਸਾਰ ਨੂੰ ਬਣਾਉਣ ਵਾਲਾ ਵੀ ਕਰਤਾ ਹੈ, ਸੰਸਾਰ ਨੂੰ ਖਤਮ ਕਰਨ ਵਾਲਾ ਵੀ ਕਰਤਾ ਹੈ, ਵਿਆਪਤ ਕਰਤਾ ਹੈ, ਲੁਕਿਆ ਹੋਇਆ ਵੀ ਕਰਤਾ ਹੈ, ਜਿਹੜੇ ਨੂੰ ਅਸੀਂ ਨਹੀਂ ਦੇਖ ਸਕਦੇ ਉੱਥੇ ਵੀ ਕਰਤਾ ਹੈ, ਬੋਲਦਾ ਵੀ ਕਰਤਾ ਹੈ, ਬੁੱਝਦਾ ਸਮਝਦਾ ਵੀ ਕਰਤਾ ਹੈ, ਆਵਤ ਵੀ ਕਰਤਾ ਹੈ, ਜਾਤ ਵੀ ਕਰਤਾ ਹੈ, ਭਾਵੇਂ ਉਹਦੀ ਜੋਤ ਹੀ ਆਉਂਦੀ ਹੈ ਉਹ ਹੀ ਚਲੀ ਜਾਂਦੀ ਹੈ। ਨਿਰਗੁਣ ਕਰਤਾ, ਸਰਗੁਣ ਕਰਤਾ, ਦਿਖਦੇ ਸੰਸਾਰ ਵਿੱਚ ਵੀ ਉਹ ਕਰਤਾ ਹੈ ਤੇ ਅਨ ਦਿਸਦੇ ਹੋਏ ਪਸਾਰੇ ਵਿੱਚ ਵੀ ਉਹ ਕਰਤਾ ਹੈ। ਉਹ ਪੁਰਖ ਹੈ। तो फिर कहते ने वो गुर प्रसाद, गुरु की किरपा नाल फिर नजर, ये गल सानू समझ आउंदी है। ये दृष्टि कदों बनती है? गुरु की किरपा दे नाल। जिहड़ी गुरु की किरपा होवे तो ये गल जिहड़ी है वो समझ च आउंदी है कि हर थां ते करता जिहड़ा है मौजूद है। इस करके आपां नूं समझ लेना चाहिए भी वो आद पुरख करतार करन कारण सब आपे, वो करन कारण सब आपे है, सर्व व्यापक है, वो करता पुरख है, आद पुरख करतार है, ਕਰਨ ਕਾਰਨ ਸਭ ਆਪੇ ਹੈ। ਬਹੁਤ ਸਾਰੇ ਪ੍ਰਮਾਣ ਗੁਰਬਾਣੀ ਦੇ ਵਿੱਚ ਆ ਜਾਂਦੇ ਹਨ। ਤਾਂ ਗੁਰਬਾਣੀ 'ਚ ਪੁਰਖ ਸ਼ਬਦ ਇਸ ਆਸ਼ੇ ਨੂੰ ਰੱਖ ਕੇ ਵਰਤਿਆ ਗਿਆ ਕਿ ਸੰਸਾਰ ਵਿੱਚ ਇੱਕੋ ਹੀ ਪੁਰਖ ਹੈ। ਉਹ ਪੁਰਖ ਕੌਣ ਹੈ? ਵਾਹਿਗੁਰੂ ਪਰਮੇਸ਼ਰ, ਬਾਕੀ ਸਭ ਉਸ ਦੀਆਂ ਨਾਰੀਆਂ ਹਨ। ਇਹ ਗੱਲ ਸਾਨੂੰ ਸਮਝ ਆ ਜਾਣੀ ਚਾਹੀਦੀ। ਉਹੀ ਪੁਰਖ ਜਿਹੜਾ ਹੈ ਉਹ ਵੱਡਾ ਹੈ, ਸਰਵ ਵਿਆਪਕ ਹੈ। ਤਾਂ ਸੋ ਪੁਰਖ ਦੇ ਜਿਹੜਾ ਸ਼ਬਦ ਹੈ ਇਹਨੂੰ ਸਾਨੂੰ ਸਮਝਣ ਦੇ ਲਈ ਬਹੁਤ ਗੁਰਬਾਣੀ ਦੇ ਪ੍ਰਮਾਣ ਮਿਲ ਜਾਂਦੇ ਹਨ। ਤਾਂ ਸਾਹਿਬ ਜੀ ਸਾਨੂੰ ਇੱਥੇ ਗੱਲ ਸਮਝਾਉਂਦੇ ਨੇ ਵੀ ਇਹ ਲਫ਼ਜ਼ ਜਿਹੜਾ ਹੈ ਇਹ ਸਰਵ ਵਿਆਪਕਤਾ ਦੇ ਲਈ ਵਰਤਿਆ ਗਿਆ ਹੈ। ਕਰਤਾ ਹੈ, ਰਚਨਹਾਰ ਹੈ, ਤੇ ਉਹ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ। ਨਿਰਭਉ ਦੇ ਸੌਖੇ ਅਰਥ ਹਨ ਵੀ ਉਹ ਕਿਸੇ ਦੇ ਭਉ ਥੱਲੇ ਨਹੀਂ, ਕਿਸੇ ਦੇ ਡਰ ਥੱਲੇ ਨਹੀਂ। ਭਉ ਤਾਂ ਉਹਨੂੰ ਹੁੰਦਾ ਜਿਹਦੇ ਬਰਾਬਰ ਦਾ ਕੋਈ ਹੋਵੇ, ਤੇ ਜਿਹਦੇ ਬਰਾਬਰ ਦਾ ਹੀ ਕੋਈ ਨਹੀਂ ਉਹਨੂੰ ਭਉ ਕਾਹਦਾ, ਉਹਨੂੰ ਭਉ ਹੋ ਨਹੀਂ ਸਕਦਾ। ਫਿਰ ਅਗਲੀ ਗੱਲ ਹੈ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਵੀ ਨਹੀਂ ਹੈ, ਉਹਦਾ ਕਿਸੇ ਨਾਲ ਵੈਰ ਵੀ ਨਹੀਂ ਹੈ, ਵੈਰ ਰਹਿਤ ਹੈ। ਸਭ ਸ੍ਰਿਸ਼ਟੀ ਉਹਦੀ ਇੱਕੋ ਜਿਹੀ ਹੈ। ਉਹ ਚੋਰ, ਠਾਗੂ, ਡੱਕ, ਚੋਰ, ਵਿਚਾਰੀ, ਹਰ ਬੰਦੇ ਉਹਨੂੰ ਰੋਜ਼ੀ ਦੇ ਰਿਹਾ ਉਹਦੀਆਂ ਨਜ਼ਰਾਂ 'ਚ। ਮਿਲਣਾ ਨਾ ਮਿਲਾਉਣਾ ਅਗਲੀ ਕਹਾਣੀ ਹੈ, ਲੇਕਿਨ ਵਿਤਕਰਾ ਨਹੀਂ ਹੈ ਉਹਦੇ ਅੰਦਰ ਦੇਣ ਲੱਗਿਆ। ਜੋ ਪਾਠ ਨਹੀਂ ਕਰਦਾ ਤਾਂ ਉਹਨੂੰ ਮੈਂ ਨਹੀਂ ਦੇਣਾ, ਉਹ ਜ਼ਿਆਦਾ ਕਰਦਾ ਤੇ ਮੈਂ ਉਹਨੂੰ ਜ਼ਿਆਦਾ ਦੇਣਾ, ਇਹ ਕਹਾਣੀ ਉਹਦੇ ਅੰਦਰ ਨਹੀਂ ਹੈ। ਉਹ ਤਾਂ ਸਾਡਾ ਸਾਰਿਆਂ ਦਾ ਨਿਰਵੈਰ ਮਾਲਕ ਹੈ, ਉਹਦੇ ਅੰਦਰ ਕੋਈ ਵੈਰ ਦੀ ਭਾਵਨਾ ਨਹੀਂ। ਨਿਰਭਉ ਨਿਰਵੈਰ ਅਕਾਲ ਮੂਰਤ। ਤਾਂ ਮੂਰਤ ਸ਼ਬਦ ਜਿਹੜਾ ਹੈ ਇਸਤਰੀ ਲਿੰਗ ਹੈ, ਅਕਾਲ ਇਸ ਦਾ ਵਿਸ਼ੇਸ਼ਣ ਹੈ। ਇਹ ਵੀ ਇਸਤਰੀ ਲਿੰਗ ਰੂਪ ਵਿੱਚ ਹੀ ਲਿਖਿਆ ਗਿਆ ਹੈ ਇੱਥੇ। ਜੇ ਸ਼ਬਦ ਜੇ ਸ਼ਬਦ ਅਕਾਲ ਇਕੱਲਾ ਤੇ ਪੁਰਖ ਨਿਰਭਉ ਨਿਰਵੰਗ ਇੱਕ ਓਂਕਾਰ ਦਾ ਗੁਣਵਾਚਕ ਹੁੰਦਾ ਤਾਂ ਪੁਲਿੰਗ ਰੂਪ ਵਿੱਚ ਹੁੰਦਾ, ਪਰ ਇਸ ਦਾ ਅੰਤ ਔਂਕੜ ਨਾਲ ਹੋਣਾ ਸੀ, ਪਰ ਨਹੀਂ, ਕਿਉਂਕਿ ਇੱਥੇ ਅਕਾਲ ਮੂਰਤ ਹੈ। ਤਾਂ ਸਤਿਗੁਰੂ ਜੀ ਨੇ ਇੱਥੇ ਸ਼ਬਦ ਲਿਖਿਆ। ਮੂਰਤ ਤੇ ਮੂਰਤ ਦਾ ਫਰਕ ਵੀ ਸਮਝਣਾ ਬੜਾ ਜ਼ਰੂਰੀ ਹੈ। ਇੱਕ ਮੂਰਤ ਤੱਤੇ ਨੂੰ ਸਿਹਾਰੀ ਨਾਲ ਆਇਆ, ਇੱਕ ਮੂਰਤ ਤੱਤੇ ਨੂੰ ਔਂਕੜ ਦੇ ਨਾਲ ਆਇਆ ਹੈ। ਤੇ ਮੂਰਤ ਸਦਾ ਸਿਹਾਰੀ ਨਾਲ ਲਿਖੀਦਾ, ਉਹ ਇਸਤਰੀ ਲਿੰਗ ਸਰੂਪ ਹੁੰਦਾ, ਸੰਸਕ੍ਰਿਤ ਦਾ ਸ਼ਬਦ ਹੈ। ਤੇ ਜਿਹੜਾ ਮੂਰਤ ਸੰਸਕ੍ਰਿਤ ਦਾ ਇੱਕ ਲਫ਼ਜ਼ ਹੈ, ਉਹ ਤੱਤੇ ਨਾਲ ਔਂਕੜ ਜਿੱਥੇ ਆ ਗਿਆ ਉਹ ਹੈ ਮਹੂਰਤ। ਜਿਹੜੇ ਮਹੂਰਤ ਕੱਢਦੇ ਨੇ ਚੱਸੇ ਪਲ ਮਹੂਰਤ ਜਿਹੜੇ ਆ, ਉਹ ਜੇ ਤੱਤੇ ਔਂਕੜ ਨਾਲ ਆਉਂਦਾ ਤਾਂ ਉਹਦਾ ਅਰਥ ਹੁੰਦਾ ਮਹੂਰਤ। ਇਸ ਕਰਕੇ ਇਹ ਉਹ ਜਿਹੜੇ ਸਮੇਂ ਦੀ ਵੰਡ ਦੇ ਮੁਤਾਬਕ ਜਿਹੜੇ ਮਹੂਰਤ ਕੱਢੇ ਜਾਂਦੇ ਨੇ ਬ੍ਰਾਹਮਣ ਸ਼੍ਰੇਣੀ ਵੱਲੋਂ ਜਾਂ ਦੂਜੇ ਸ਼੍ਰੇਣੀ ਵੱਲੋਂ, ਮੈਨੂੰ ਤਾਂ ਇਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ, ਪਰ ਜਿਹੜਾ ਮਹੂਰਤ ਜਿਹੜਾ
ਕਢਾਇਆ ਜਾਂਦਾ ਜਾਂ ਕੱਢਿਆ ਜਾਂਦਾ, ਸਾਹਾ ਕੱਢਿਆ ਜਾਂਦਾ ਜਾਂ ਮਹੂਰਤ ਕੱਢੇ ਜਾਂਦੇ ਆ। ਫਲਾਣੇ ਵੱਜ ਕੇ ਇੰਨੇ ਮਿੰਟ ਦੇ ਉੱਤੇ ਮਹੂਰਤ ਨਿਕਲਿਆ, ਜਾਂ ਇੰਨੇ ਵੱਜ ਕੇ ਇੰਨੇ ਮਿੰਟ ਤੇ ਹੋਏਗਾ। ਉਹ ਇਹ ਮਹੂਰਤ ਜਿਹੜਾ ਉਹ ਤੱਤੇ ਨੂੰ ਔਂਕੜਾ, ਉਹਨੂੰ ਮੂਰਤ ਲਫ਼ਜ਼ ਵੀ ਉਹਦੇ ਲਈ ਕਿਹਾ ਜਾਂਦਾ ਹੈ। ਤੋ ਅਕਾਲ, ਉਹ ਕਾਲ ਰਹਿਤ ਹੈ, ਉਹ ਵਾਹਿਗੁਰੂ ਕਾਲ ਰਹਿਤ ਹੈ। ਇਹ ਐਸਾ ਪ੍ਰਮਾਤਮਾ ਹੈ ਜਿਹਨੇ ਕਿਉਂਕਿ ਉਹਦਾ ਜਨਮ ਨਹੀਂ ਹੋਇਆ, ਉਹ ਐਸਾ ਪਰਮੇਸ਼ਰ ਹੈ ਜਿਹਦਾ ਜਨਮ ਹੀ ਨਹੀਂ ਹੋਇਆ। ਤੇ ਜੇ ਜਨਮ ਨਹੀਂ ਹੋਇਆ ਤੇ ਉਹਦੀ ਮੌਤ ਨਹੀਂ ਹੋਣੀ। ਤਾਂ ਫਿਰ ਸਤਿਗੁਰੂ ਜੀ ਕਹਿੰਦੇ ਨੇ ਅਜੂਨੀ ਹੈ, ਜੂਨਾ ਵਿੱਚ ਨਹੀਂ ਆਉਂਦਾ। ਜੂਨਾ ਹੀ ਤਾਂ ਉਹ ਆਉਂਦਾ ਹੈ ਜਿਹੜਾ ਜਨਮਦਾ ਹੈ, ਤੇ ਜਿਹਦਾ ਜਨਮ ਨਹੀਂ ਹੈ ਉਹ ਇਸ ਕਰਕੇ ਉਹਦੀ ਮੌਤ ਵੀ ਨਹੀਂ ਹੈ, ਇਸ ਕਰਕੇ ਉਹ ਜੂਨਾ ਵਿੱਚ ਨਹੀਂ ਆਉਂਦਾ। ਹੁਣ ਅੱਗੇ ਲਫ਼ਜ਼ ਹੈ ਸਹਿਬੰਗ। ਸਹਿਬੰਗ ਲਫ਼ਜ਼ ਦਾ ਸਵੈ ਦਾ ਅਰਥ ਸਵੈ, ਆਪਣਾ ਆਪ। ਭੰਗ ਦਾ ਤਾਂ ਪ੍ਰਕਾਸ਼, ਭਾਵ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ, ਉਹਨੂੰ ਕੋਈ ਹੋਰ ਬਣਾਉਣ ਵਾਲੀ ਹਸਤੀ ਨਹੀਂ। ਉਹ ਦੁਨੀਆ ਨੂੰ ਬਣਾਉਣ ਵਾਲਾ ਹੈ, ਦੁਨੀਆ ਨੂੰ ਘੜਨ ਵਾਲਾ ਹੈ, ਦੁਨੀਆ ਨੂੰ ਸਾਜਣ ਵਾਲਾ ਹੈ, ਦੁਨੀਆ ਨੂੰ ਖਤਮ ਕਰਨ ਵਾਲਾ ਹੈ। ਪਰ ਉਹਨੂੰ ਬਣਾਉਣ ਵਾਲੀ ਹੋਰ ਕੋਈ ਹਸਤੀ ਨਹੀਂ, ਕਿਉਂਕਿ ਉਹਦਾ ਮਾਤਾ ਪਿਤਾ ਕੋਈ ਨਹੀਂ, ਉਹ ਆਪ ਹੀ ਹੈ। ਸਾਡੇ ਸਾਰੇ ਦੇ ਕੋਈ ਰਿਸ਼ਤੇਦਾਰ ਸੰਬੰਧੀ ਹਨ, ਪਰ ਉਹਦੀ ਨਜ਼ਰ ਵਿੱਚ ਸਾਰੇ ਇੱਕੋ ਜਿਹੇ ਹਨ। ਸਹਿਬੰਗ ਦਾ ਅਰਥ ਹੈ ਉਹ ਆਪਣੇ ਆਪ ਤੋਂ ਹੀ ਬਣਿਆ ਹੈ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਮ। ਉਹਦਾ ਨਾਮ ਵੀ ਉਹਨੇ ਆਪ ਹੀ ਰੱਖਿਆ। ਕਿੰਨੇ ਨਾਮ ਨੇ ਉਹਨੇ ਆਪ ਹੀ ਰੱਖੇ ਹੋਏ ਨੇ। ਆਪ ਹੀ ਨੇ ਆਪ ਨੂੰ ਉਹਨੇ ਸਾਜਿਆ ਵੀ ਆਪਣੇ ਆਪ ਹੈ। ਇਸ ਵਾਸਤੇ ਉਹਨੂੰ ਬਣਾਉਣ ਵਾਲੀ ਹੋਰ ਕੋਈ ਤਾਕਤ ਨਹੀਂ ਹੈ। ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੀ ਹੋਇਆ ਹੈ। ਤਾਂ ਹੁਣ ਮਿਲਦਾ ਕਿਵੇਂ ਹੈ? ਗੁਰ ਪ੍ਰਸਾਦ, ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ। ਤਾਂ ਇਹਨੂੰ ਪ੍ਰਸ਼ਾਦ ਨਹੀਂ ਪੜਨਾ। ਪ੍ਰਸ਼ਾਦ ਹੁੰਦਾ ਭੋਜਨ ਪਾਣੀ ਛਕਣ ਵਾਲਾ ਪ੍ਰਸ਼ਾਦ, ਜਿਹਨੂੰ ਅਸੀਂ ਕੜਾਹ ਪ੍ਰਸ਼ਾਦ ਕਹਿੰਦੇ ਹਾਂ। ਇਹ ਪ੍ਰਸਾਦ, ਪ੍ਰਸਾਦ ਦਾ ਅਰਥ ਹੈ ਕਿਰਪਾ। ਤਾਂ ਇਹੋ ਜਿਹਾ ਪ੍ਰਮਾਤਮਾ ਜਿਹੜਾ ਇੱਕ ਓੰਕਾਰ ਹੈ, ਜੋ ਸਦੀਵ ਹਸਤੀ ਵਾਲਾ ਹੈ, ਜਿਹਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਜੋ ਜਗਤ ਦਾ ਰਚਨਾ ਵਾਲਾ ਹੈ, ਜਗਤ ਵਿੱਚ ਵਿਆਪਕ ਹੈ, ਜੋ ਵੈਰ ਰਹਿਤ ਹੈ, ਕਿਸੇ ਕੋ ਡਰ ਰਹਿਤ ਹੈ, ਵੈਰ ਰਹਿਤ ਹੈ। ਫਿਰ ਜਿਹੜਾ ਅਕਾਲ ਹੈ, ਫਿਰ ਜਿਹਦਾ ਪ੍ਰਕਾਸ਼ ਆਪਣੇ ਆਪ ਤੋਂ ਆਪ ਹੋਇਆ, ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ। ਉਹ ਮਿਲਦਾ ਕਿਵੇਂ ਹੈ? ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਹ ਮਿਲਦਾ ਹੈ ਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ, ਸਤਿਗੁਰੂ ਦੀ ਕਿਰਪਾ ਦੇ ਨਾਲ। ਤੋ ਇਹ ਮੂਲ ਮੰਤਰ ਦਾ ਸਰੂਪ ਹੈ ਜੋ ਸਤਿਗੁਰੂ ਜੀ ਨੇ ਸਾਨੂੰ ਦਿੱਤਾ। ਔਰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿੱਥੇ ਵੀ ਨਵਾਂ ਕੋਈ ਸਿਰਲੇਖ ਦੀ ਆਰੰਭਤਾ, ਰਾਗ ਦੀ ਆਰੰਭਤਾ ਜਾਂ ਹੋਰ ਸਿਰਲੇਖ ਦੀ ਆਰੰਭਤਾ ਹੁੰਦੀ ਹੈ, ਉੱਥੇ ਇਸ ਰੂਪ ਵਿੱਚ ਜਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਸ ਸਰੂਪ ਵਿੱਚ, ਇਹ ਹੋਰ ਵੀ ਸਰੂਪਾਂ ਵਿੱਚ ਮੂਲ ਮੰਤਰ ਜਿਹੜਾ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ। ਗੱਲ ਚੇਤੇ ਰੱਖਣ ਵਾਲੀ ਸਾਨੂੰ ਕੀ ਹੈ ਕਿ ਇਸ ਤੋਂ ਅੱਗੇ ਜਿਹੜਾ ਬਾਣੀ ਹੈ ਉਹ ਜਪ ਹੈ। ਯਾਦ ਰੱਖਣ ਵਾਲੀ ਗੱਲ ਕੀ ਹੈ ਕਿ ਮੂਲ ਮੰਤਰ ਇੱਕ ਵੱਖਰੀ ਚੀਜ਼ ਹੈ ਤੇ ਬਾਣੀ ਜਪ ਜਿਹੜੀ ਹੈ ਉਹ ਵੱਖਰੀ ਚੀਜ਼ ਹੈ। ਜਿਵੇਂ ਬਾਕੀ ਬਾਣੀਆਂ ਦੇ ਆਰੰਭ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣ ਲੱਗਿਆ ਮੂਲ ਮੰਤਰ ਦਰਜ ਕੀਤਾ ਗਿਆ, ਇਸੇ ਤਰ੍ਹਾਂ ਜਪ ਬਾਣੀ ਲਿਖਣ ਦੇ ਦਰਜ ਕਰਨ ਤੋਂ ਪਹਿਲਾਂ ਵੀ ਮੂਲ ਮੰਤਰ ਹੀ ਲਿਖਿਆ ਗਿਆ। ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਮੂਲ ਮੰਤਰ ਇਸੇ ਤਰ੍ਹਾਂ ਲਿਖਿਆ ਗਿਆ ਜਿਵੇਂ ਹਰੇਕ ਰਾਗ ਦੇ ਸ਼ੁਰੂ ਵਿੱਚ ਲਿਖਿਆ ਮਿਲਦਾ ਹੈ। ਬਾਣੀ ਜਪ ਲਫ਼ਜ਼ ਆਦ ਸੱਚ ਜੁਗਾਦ ਸੱਚ ਉੱਥੋਂ ਸ਼ੁਰੂ ਹੁੰਦੀ ਹੈ, ਜੋ ਪਹਿਲਾ ਸ਼ਲੋਕ ਹੈ। ਇਸੇ ਤਰ੍ਹਾਂ ਹੀ ਜੇ ਅਸੀਂ ਆਸਾ ਕੀ ਵਾਰ ਨੂੰ ਦੇਖਦੇ ਹਾਂ ਤੇ ਉਹਦੇ ਵਿੱਚ ਵੀ ਇਹੀ ਮੂਲ ਮੰਤਰ ਸਾਨੂੰ ਮਿਲਦਾ ਹੈ, ਪਰ ਵਾਰ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ। ਵਾਰ ਨਾਲ ਉਹਦਾ ਕੋਈ ਸੰਬੰਧ ਨਹੀਂ। ਤਿਵੇਂ ਹੀ ਇੱਥੇ ਹੀ ਇਸ ਦਾ ਜਪ ਦੇ ਨਾਲ ਸੰਬੰਧ ਨਹੀਂ ਹੈ, ਵੱਖਰੀ ਚੀਜ਼ ਹੈ। ਅਸੀਂ ਜਪਜੀ ਦਾ ਪਾਠ ਕਹਿੰਦੇ, ਜਪਜੀ ਦਾ ਪਾਠ ਪਹਿਲਾ ਸ਼ਲੋਕ ਆਦ ਸੱਚ ਜੁਗਾਦ ਸੱਚ। ਜਦੋਂ ਅਸੀਂ ਪੁੱਛੇ ਜਪਜੀ ਕਿੱਥੋਂ ਸ਼ੁਰੂ ਹੁੰਦੀ ਹੈ ਤਾਂ ਉਹ ਹੈ ਆਦ ਸੱਚ ਜੁਗਾਦ ਸੱਚ। ਉੱਥੋਂ ਜਿਹੜੀ ਹੈ ਉਹ ਬਾਣੀ ਜਿਹੜੀ ਸ਼ੁਰੂ ਹੁੰਦੀ ਮੰਨੀ ਜਾਂਦੀ ਹੈ। ਤਾਂ ਇੱਥੇ ਅਸੀਂ ਇਹ ਗੱਲ ਕਰ ਸਕਦੇ ਹਾਂ ਕਿ ਇਹ ਵਾਹਿਗੁਰੂ ਪਰਮੇਸ਼ਰ ਦੇ ਉਸ ਸਰੂਪ ਨੂੰ ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਦਰਜ ਕੀਤਾ, ਜਿਸ ਸਰੂਪ ਦੇ ਬਾਰੇ ਵਿੱਚ ਸੰਸਾਰ ਵਿੱਚ ਬੜਾ ਭੁਲੇਖਾ ਸੀ। ਦੁਨੀਆ ਵਿੱਚ ਰੱਬ ਨੂੰ ਤਾਂ ਮੰਨਦੇ ਸੀ, ਪਰ ਰੱਬ ਦੀ ਹਸਤੀ ਕੀ ਹੈ ਉਸ ਨੂੰ ਬੜੇ ਬੜੇ ਭੁਲੇਖੇ ਜਿਹੜੇ ਆਪੋ 'ਚ ਪਾਏ ਜਾਂਦੇ ਸੀ, ਬੜੇ ਬੜੀਆਂ ਗਲਤ ਫਹਿਮੀਆਂ ਪਾਈਆਂ ਜਾਂਦੀਆਂ ਸਨ। ਤੋ ਇਸ ਕਰਕੇ ਇਹ ਪਰਮੇਸ਼ਰ ਜਿਹੜਾ ਮਿਲਦਾ ਗੁਰੂ ਦੀ ਕਿਰਪਾ ਨਾਲ ਹੈ। ਇਹੋ ਜਿਹੇ ਪ੍ਰਮਾਤਮਾ ਨੂੰ ਗੁਰੂ ਦੀ ਕਿਰਪਾ ਦੇ ਨਾਲ ਹੀ ਪਾਇਆ ਜਾ ਸਕਦਾ ਹੈ। ਤੋ ਇਹ ਗੁਰੂ ਦੀ ਸ਼ਰਨ ਪੈਣਾ ਤੇ ਗੁਰੂ ਕੋਲੋਂ ਜੀਵਨ ਦਾ ਮਾਰਗ ਸਿੱਖਣਾ, ਇਹ ਸਾਡੇ ਸਿੱਖੀ ਦਾ ਇੱਕ ਸਿਧਾਂਤ ਹੈ ਕਿ ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਮੱਤ ਲੈ ਕੇ, ਗੁਰੂ ਦੇ ਚੱਲ ਕੇ
ਇਹ ਸਾਰੀ ਗੱਲ ਬਾਰੇ ਸਿੱਖਿਆ ਜਾਵੇ। ਤੋ ਇਹ ਜਿਵੇਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਮੂਲ ਮੰਤਰ ਸਾਡੀ ਜ਼ਿੰਦਗੀ ਦਾ ਇੱਕ ਧੁਰਾ ਹੈ, ਜਿੱਥੋਂ ਸਾਨੂੰ ਸਾਰੇ ਕਰਤਾਰ ਦੇ ਸਰੂਪ ਬਾਰੇ ਗੱਲ ਜਿਹੜੀ ਹੈ ਉਹ ਸਮਝ ਆ ਜਾਂਦੀ ਹੈ। ਤੇ ਇਸ ਵਾਸਤੇ ਅਸੀਂ ਮੂਲ ਮੰਤਰ ਨੂੰ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਦੋਂ ਵੀ ਪੜਾਂਗੇ, ਸਾਡੇ ਅੰਦਰ ਉਹਦੇ ਗੁਣਾਂ ਦਾ, ਵਾਹਿਗੁਰੂ ਦਾ ਇੱਕ ਅਚਰਜ ਜਿਹਾ ਨਜ਼ਾਰਾ ਆਉਣਾ ਚਾਹੀਦਾ ਹੈ, ਜਿਹਨੂੰ ਗੁਣਾਂ ਨੂੰ ਪੜ੍ਹ ਕੇ ਵਾਹ 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 ਦੀ ਧੁਨੀ ਸਾਡੇ ਅੰਦਰ ਆਪੇ ਹੀ ਨਿਕਲ ਜਾਏ। ਵਾਹਿਗੁਰੂ ਤੂੰ ਕਮਾਲ ਦਾ ਹੈ, ਤੂੰ ਇਹੋ ਜਿਹਾ ਹੈ। ਕੋਈ ਕੇਵਲ ਇਹ ਵਾਹਿਗੁਰੂ ਨੂੰ ਇਹ ਕੇਵਲ ਇਸ਼ਾਰੇ ਮਾਤਰ ਜਾਂ ਪੜ੍ਹ ਲੈਣਾ ਕਾਫੀ ਨਹੀਂ ਹੈ। ਇਸ ਮੂਲ ਮੰਤਰ ਦੇ ਵਿੱਚੋਂ ਸਾਡੇ ਅੰਦਰ ਅਚਰਜ ਦਾ ਤੇ ਉਸ ਵਿਆਪਕਤਾ ਦਾ ਵੀ ਨਜ਼ਾਰਾ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਹੋਈਆਂ ਭੁੱਲਾਂ ਦੀ ਖਿਮਾ ਜੀ। ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ